ਮਾਇਆ ਨਾਲ ਵਿਕਾਰਾਂ ਨਾਲ ਪਿਆਰ ਕਰਨ ਵਾਲੇ ਮਨਮੁਖ ਦੁਬਾਜਰੇ ਦਾ ਮਨ ਇਉਂ ਫਟਿਆ ਹੁੰਦਾ ਹੈ ਜਿਵੇਂ ਫਿਟਿਆ ਹੋਇਆ ਦੁੱਧ। ਅੱਗੋਂ ਮਿੱਠਾ ਹੋਏ ਮਿਲੈ, ਪਿੱਛੋਂ ਕੌੜਾ ਦੁੱਖ ਸਰੀਰਾ। ਫਿਟਿਆ ਦੁੱਧ ਪਹਿਲੇ ਤਾਂ ਮਿੱਠਾ ਲੱਗਦਾ ਹੈ, ਤੋ ਖਾਣ ਪਿੱਛੋਂ ਕੌੜਾ ਤੇ ਸਰੀਰ ਨੂੰ ਰੋਗੀ ਕਰ ਦਿੰਦਾ। ਇਸੇ ਤਰ੍ਹਾਂ ਮਨਮੁਖ ਦੀ ਹਾਲਤ ਹੁੰਦੀ ਹੈ। ਜੋ ਬਹੁ ਮਿੱਤਾ ਕਬਲ ਫੁੱਲ, ਬਹੁ ਰੰਗੀ ਬਨ ਪਿੰਡ ਅਹੀਰਾ। ਜਿਵੇਂ ਬਹੁ ਮਿੱਤਾ ਭੌਰਾ ਬਹੁ ਰੰਗੀ ਕਬਲ ਫੁੱਲਾਂ ਦੇ ਬਨ ਨੂੰ ਅਹੀਰਾਂ ਦੇ ਪਿੰਡ ਵਾਂਗੂ ਪੱਕਾ ਸਮਝ ਲੈਂਦਾ, ਪਰ ਉਹ ਇਹ ਨਹੀਂ ਜਾਣਦਾ ਕਿ ਇਹ ਤਾਂ ਗੋਇਲ ਵਸ ਹੈ। ਹਰਿਆ ਤਿਲ ਬੁਆੜ ਜਿਉਂ ਕੱਲੀ ਕਨੇਰ ਦੁਰੰਗ ਨਾ ਪੀਰਾ। ਉਹ ਹਰੇ ਬੁਆੜ ਤਿਲਾਂ ਦੇ ਬੂਟੇ ਤੇ ਕਨੇਰ ਤੇ ਕਲੀ ਵਾਂਗੂ ਮਨਮੁਖ ਦੁਬਾਜਰਾ ਦੋ ਰੰਗਾ ਹੁੰਦਾ, ਉਹ ਸਥਿਰ ਨਹੀਂ ਰਹਿੰਦਾ। ਜੇ 100 ਹੱਥਾਂ ਨੜ ਵਧੇ, ਅੰਦਰ ਖਾਲੀ ਵਾਜ ਨਫੀਰਾ। ਜੇ ਨੜਾ 100 ਹੱਥ ਜਿੰਨਾ ਉੱਚਾ ਹੋ ਜਾਏ, 100 ਹੱਥ ਜਿੰਨਾ, ਤਾਂ ਵੀ ਜੇ 6 ਫੁੱਟ 2 ਇੰਚ ਕੱਦ ਹੋ ਜਾਏ ਤਾਂ ਵੀ ਉਹ ਅੰਦਰੋਂ ਖਾਲੀ ਹੁੰਦਾ, ਤੂੜੀਆਂ ਬੰਨਣ ਦੇ ਵੀ ਯੋਗ ਨਹੀਂ ਹੁੰਦਾ। ਮਨਮੁਖ ਨੜੇ ਵਰਗਾ ਖਾਲੀ ਹੈ। ਚੰਨਣ ਵਾਸ ਨਾ ਬੋਹੀਆਂ, ਖੈ ਖੈ ਵਾਸ ਜਲਨ ਬੇਪੀਰਾ। ਤੋ ਚੰਦਨ ਕੋਲ ਰਹਿੰਦੇ ਵਾਂਸ ਸੁਗੰਧਿਤ ਨਹੀਂ ਹੁੰਦੇ, ਉਹ ਨਿਗੁਰੇ ਆਪ ਹੀ ਖੈ ਖੈ ਕੇ ਸੜ ਮਰਦੇ ਹਨ ਬਾਂਸ ਵਾਂਗੂ। ਤੋ ਜਮਦਰ ਚੋਟਾਂ ਸਹਾ ਵਹੀਰਾ। ਦੁਖੀਆ ਦੁਸ਼ਟ ਦੁਬਾਜਰਾ ਮਨਮੁਖ ਨਰਕਾਂ ਵਿੱਚ ਪੈ ਜਮਦੂਤ ਦੀ ਮਾਰ ਸਹਿੰਦੇ ਹਨ। ਜੋ ਬਹੁਤ ਡਾਢੀ ਹੈ। ਅੰਮ੍ਰਿਤ ਛਕ ਲੈ ਚੰਗਾ, ਓਏ ਅੰਮ੍ਰਿਤ ਛਕ ਲੈਣਾ ਚੰਗਾ ਓਏ। ਸਨੇ ਵਹੀਰਾ ਭੀੜਾਂ ਸਹਾਰਦੀਆਂ ਹਨ, ਸਨੇ ਵਹੀਰਾ ਭੀੜਾਂ ਸਹਾਰਦੀਆਂ ਹਨ। ਭੀੜਾਂ ਪੈ ਜਾਂਦੀਆਂ। ਜਮਦਰ ਚੋਟਾਂ ਸਹੇ ਸਹਾ ਵਹੀਰਾ, ਸਹੇ ਵਹੀਰਾ। ਪੌੜੀ 16ਵੀਂ। ਮਨਮੁਖ ਦੀ ਨਿਮਰਤਾ ਵਿੱਚ ਵੀ ਖੋਟ ਹੁੰਦਾ ਹੈ। ਮਨਮੁਖ ਦੀ ਨਿਮਰਤਾ ਵਿੱਚ ਵੀ ਖੋਟ ਹੁੰਦਾ। ਤੋ ਦੂਜਾ ਭਾਉ ਦੁਬਾਜਰਾ ਬੱਧਾ ਕਰੇ ਸਲਾਮ ਨਾ ਭਾਵੈ। ਮਾਇਆ ਸਰੀਰ ਵਿਕਾਰਾਂ ਨਾਲ ਪਿਆਰ ਕਰਨ ਵਾਲਾ ਦੁਬਾਜਰਾ ਮਨਮੁਖ ਕਿਸੇ ਸਵਾਰਥ ਨਾਲ ਬੱਧਾ ਸਲਾਮ ਕਰਦਾ ਹੈ, ਪਰ ਕਿਸੇ ਨੂੰ ਚੰਗਾ ਨਹੀਂ ਲੱਗਦਾ। ਰੱਬ ਨੂੰ ਚੰਗਾ ਨਹੀਂ ਲੱਗਦਾ, ਅਸੂਲਾਂ ਨਾਲ ਜੁੜਿਆ ਨਹੀਂ, ਮੱਥਾ ਟੇਕ ਕੇ ਹੀ ਦੱਸਣਾ ਚਾਹੁੰਦਾ ਮੈਂ ਵਿਕਾਰੀ ਨਹੀਂ ਗੁਰਸਿੱਖ ਹਾਂ, ਦੱਸਣਾ ਚਾਹੁੰਦਾ। ਢੀਂਗ ਜੋਹਾਰੀ ਢੀਂਗਲੀ ਗਲ ਬੱਧੇ ਉਹ ਸੀਸ ਨਿਵਾਵੇ। ਸੋ ਢੀਂਗਲੀ ਨਾਲ ਡੋਲ ਬੰਦਾ ਹੁੰਦਾ। ਢੀਂਗਲੀ ਇੱਕ ਜੰਤਰ ਹੈ ਜਿਹਦੇ ਨਾਲ ਪਾਣੀ ਕੱਢਦੇ, ਡੰਡਾ ਹੈ। ਜਦੋਂ ਪਾਣੀ ਕੱਢਣ ਲਈ ਢੀਂਗ ਨੂੰ ਖੂਹ ਵਿੱਚ ਲਮਕਾਈਦਾ ਤਾਂ ਉਹ ਨਿਉ ਕੇ ਨਮਸਕਾਰ ਕਰਦੀ ਹੈ। ਬੱਧਾ ਚੱਟੀ ਨਹੀਂ ਆਉਂਦੀ ਹੈ, ਵਸੇ ਕਿਸੇ ਦੇ ਕੰਮ ਨਹੀਂ ਕਾਰ ਨਹੀਂ। ਬੱਧਾ ਚੱਟੀ ਨਹੀਂ ਆਉਂਦੀ। ਗਲ ਬੱਧੇ ਜੋ ਨਿਕਲੇ ਖੂਹੋਂ ਪਾਣੀ ਉੱਪਰ ਆਵੇ। ਜੋ ਗਲ ਬੱਧੇ ਜਿਉਂ ਨਿਕਲੇ ਖੂਹੋਂ ਪਾਣੀ ਉੱਪਰ ਆਵੇ। ਸੋ ਖੂਹੋਂ ਪਾਣੀ ਤਾਂ ਬਾਹਰ ਆ ਜਾਂਦਾ ਹੈ, ਪਰ ਉਹ ਗੱਲ ਬੱਧੀ ਹੀ ਬਾਹਰ ਆਉਂਦੀ ਹੈ। ਸੋ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਚੜਾਵੇ। ਤੋ ਇਸੇ ਤਰ੍ਹਾਂ ਜਿਹੜਾ ਵੀ ਮਨਮੁਖ ਬੱਧਾ ਚੱਟੀ ਭਰਦਾ ਹੈ, ਉਸਦਾ ਕੋਈ ਗੁਣ ਨਾ ਕੋਈ ਗੁਣ ਹੁੰਦਾ ਤੇ ਨਾ ਕੋਈ ਪਰਉਪਕਾਰ। ਨਿਵੇਂ ਕਮਾਨ ਦੁਬਾਜਰੀ ਜੇ ਫੜਿੰਦੇ ਇੱਕ ਸੀਸ ਸਿਆਵੇ। ਨਿਵੇਂ ਕਮਾਨ ਦੁਬਾਜਰੀ ਜੇ ਫੜਿੰਦੇ ਇੱਕ ਸੀਸ ਸਹਾਵੇ। ਦੁਬਾਜਰੀ ਕਮਾਨ ਨੂੰ ਚਿੱਲੇ ਤੇ ਫੜ ਕੇ ਖਿੱਚੋ, ਉਹ ਵੀ ਨਹੀਂ ਆਉਂਦੀ ਹੈ, ਪਰ ਉਸਦਾ ਇੱਕ ਸਿਰ ਵਿੰਨ ਦਿੰਦੀ ਹੈ, ਇੱਕ ਨੂੰ ਮਾਰ ਦਿੰਦੀ ਹੈ। ਤੂੰ ਨਿਵੇ ਅਹੋੜੀ ਮਿਰਗ ਦੇਖ ਕਰੇ ਵਿਸਾਹ ਧਰੋ ਸਰ ਲਾਵੇ। ਸ਼ਿਕਾਰੀ ਵੀ ਹਰਨ ਨੂੰ ਦੇਖ ਕੇ ਨਿਭਦਾ, ਪਰ ਉਹ ਵਿਸਾਹ ਤੇ ਧੋਖੇ ਨਾਲ ਤੀਰ ਮਾਰਦਾ, ਹਰਨ ਮਰ ਜਾਂਦਾ। ਸ਼ਿਕਾਰੀ ਨੀਵਾਂ ਹੋਇਆ ਸੀ ਨਾ। ਅਪਰਾਧੀ ਅਪਰਾਧ ਕਮਾਵੇ। ਮਨਮੁਖ ਅਪਰਾਧੀ ਨੇ ਅਪਰਾਧ ਹੀ ਕਮਾਉਣਾ, ਉਪਕਾਰ ਕਰ ਹੀ ਨਹੀਂ ਸਕਦਾ।
ਮਨਮੁਖ ਦੇ ਨਿਮਰਤਾ ਦੇ ਵਿੱਚ ਖੋਟ ਹੈ, ਉਹਦੀ ਨਿਮਰਤਾ ਵਿੱਚ ਹੀ ਖੋਟ ਹੈ। ਪੌੜੀ 17ਵੀਂ। ਮਨਮੁਖ ਦੁਬਾਜਰੇ ਵਿੱਚ ਨਿਮਰਤਾ ਹੁੰਦੀ ਨਹੀਂ। ਨਿਵੇ ਨਾ ਤੀਰ ਦੁਬਾਜਰਾ ਗਾਢੀ ਖੰਭ ਮੁਖੀ ਮੂੰਹ ਲਾਵੇ। ਦੁਬਾਜਰਾ ਮਨਮੁਖ ਤੀਰ ਦੀ ਤਰ੍ਹਾਂ ਨਿਭਦਾ ਨਹੀਂ, ਉਸਦੇ ਮੂੰਹ ਵਿੱਚ ਬਾਗੜ ਦੇ ਖੰਭਾਂ ਲਾ ਚਲਾਉਂਦੇ ਹਨ, ਬਾਗੜ ਦੇ ਖੰਭ ਲਾ ਚਲਾਉਂਦੇ ਹਨ। ਸਰੀਰ ਵਿਖੇ ਖੁੱਭ ਜਾਵੇ ਪਰ ਨਾ ਜਾਵੇ। ਉਹ ਲਾਉਂਦੇ ਕੀ ਆ ਵੀ ਜਿਹੜਾ ਸਰੀਰ ਵਿੱਚ ਖੁੱਭ ਜਾਏ ਤੇ ਪਾਰ ਨਾ ਹੋ ਜਾਏ। ਗਾਡੀ ਖੰਭ ਮੁਖੀ ਮੂੰਹ ਲਾਵੇ। ਗਾਡੀ ਬਾਗੜੀ ਉਹ ਮੂੰਹ ਤੇ ਲਾ ਦਿੰਦੇ, ਤੀਰ ਕੇ ਜਿਵੇਂ ਜ਼ਹਿਰ ਲਾ ਦਿੱਤੀ ਹੈ। ਨਿਵੇਂ ਨਾ ਨੇਜਾ ਦੋ ਮੂੰਹਾਂ ਰਨ ਵਿੱਚ ਉੱਚਾ ਆਪ ਗਨਾਵੇ। ਤੇ ਨੇਜਾ ਦੋ ਮੂੰਹਾਂ ਆਪ ਨਿਭਦਾ ਨਹੀਂ, ਜੰਗ ਦੇ ਮੈਦਾਨ ਵਿੱਚ ਉੱਚਾ ਹੋ ਕੇ ਆਪਣੇ ਆਪ ਨੂੰ ਜਨਾਉਂਦਾ ਹੈ। ਅਸ਼ਟ ਧਾਤ ਦਾ ਜਬਰ ਜੰਗ ਨਿਵੇ ਨ ਫੁੱਟੇ ਕੋਟ ਢਹਾਵੇ। ਅੱਠਾਂ ਧਾਤਾਂ ਦਾ ਬਣਿਆ ਜਮੂਰਾ ਨਾ ਨਿਭਦਾ ਹੈ ਨਾ ਫੁੱਟਦਾ ਹੈ, ਉਹ ਕਿਲਿਆਂ ਨੂੰ ਢਾਉਂਦਾ ਹੈ। ਨਿਵੇਂ ਨਾ ਹੰਬਾ ਸਾਰਦਾ ਹੋਏ ਦੋ ਧਾਰਾ ਖੂਨ ਕੁਰਾਏ। ਨਿਵੇਂ ਨਾ ਖੰਡਾ ਸਾਰਦਾ। ਸੋ ਇਹ ਲੋਹੇ ਦਾ ਖੰਡਾ ਵੀ ਨਹੀਂ ਨਿਭਦਾ, ਉਹ ਦੂ ਧਾਰਾ ਹੋਣ ਕਰਕੇ ਖੂਨ ਕਰਦਾ ਹੈ। ਨਿਵੇ ਨਾ ਸੂਲੀ ਘਰੇਣੀ ਕਰ ਸਵਾਰ ਫਾਹੇ ਦੀ ਵਾਵੈ। ਘੇਰਨੀ ਤੋ ਘੇਰਨ ਵਾਲੀ ਸੂਲੀ ਨਹੀਂ ਨਿਭਦੀ, ਕਈਆਂ ਨੂੰ ਆਪਣੇ ਉੱਪਰ ਸਵਾਰ ਕਰਕੇ ਫਾਹੇ ਦਬਾਉਂਦੀ ਹੈ। ਘੇਰਨੀ ਚਰਖੀ, ਪੁਰਾਣੇ ਜ਼ਮਾਨੇ ਵਿੱਚ ਚਰਖੀ ਤੇ ਚੜਾ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਚਰਖੀ ਘੁੰਮ ਜਾਂਦੀ ਸੀ, ਘੇਰਨੀ ਬੰਦਾ ਮਰ ਜਾਂਦਾ ਸੀ। ਸੋ ਨਿਮਨ ਨਾ ਸਿੱਖਾਂ ਸਖਤ ਹੋਏ ਮਾਸ ਪਰੋਏ ਕਬਾਬ ਭੁਨਾਵੇ। ਸਿੱਖਾਂ ਨਹੀਂ ਨਿਭਦੀਆਂ, ਬੜੀਆਂ ਸਖਤ ਹੁੰਦੀਆਂ ਹਨ, ਉਹਨਾਂ ਵਿੱਚ ਮਾਸ ਪਰੋ ਕੇ ਕਬਾਬ ਭੁੰਨੇ ਜਾਂਦੇ ਹਨ। ਜਿਉਂ ਘਰੇ ਆਰਾ ਰੁੱਖ ਤੇ ਛਾਵੇ। ਸੋ ਜਿਵੇਂ ਆਰਾ ਰੁੱਖ ਨੂੰ ਕੱਟ ਦਿੰਦਾ, ਮਨਮੁਖ ਕਦੀ ਨਿਮਰਤਾ 'ਚ ਨਹੀਂ ਆਉਂਦਾ, ਹਮੇਸ਼ਾ ਹੋਰਨਾਂ ਨੂੰ ਦੁੱਖ ਹੀ ਦਿੰਦਾ ਹੈ। ਪੌੜੀ 18ਵੀਂ। ਦਬਾਜਰਾ ਮਨਮੁਖ ਦੁਖਦਾਈ ਹੁੰਦਾ ਹੈ। ਅੱਖ ਧਤੂਰਾ ਝੰਟਲਾ ਨੀਵਾਂ ਹੋਏ ਨਾ ਦੁਬਦਾ ਖੋਈ। ਝੰਟਲਾ ਲੰਗਰਾਂ ਵਾਲਾ, ਅੱਖ ਤੇ ਧਤੂਰੇ ਦਾ ਬੂਟਾ ਲੰਗਰਦਾਰ ਹੁੰਦਾ ਹੈ। ਉਹ ਨੀਵਾਂ ਹੋ ਕੇ ਵੀ ਦਵੈਖ ਭਾਵ ਨਹੀਂ ਛੱਡਦਾ, ਆਪਣਾ ਜ਼ਹਿਰ ਨਹੀਂ ਛੱਡਦਾ। ਮਨਮੁਖ ਹੈ। ਫੁੱਲ ਫੁੱਲੇ ਦੁਬਾਜਰੇ ਬਿਖ ਫਲ ਮੰਦੀ ਸੋਈ। ਭਾਵੇਂ ਇਹ ਦੁਬਾਜਰੇ ਬੂਟੇ ਫੁੱਲਾਂ ਨਾਲ ਫਲਾਂ ਨਾਲ ਫਲਦੇ ਹਨ, ਪਰ ਜ਼ਹਿਰੀਲੇ ਫਲਾਂ ਦੇ ਲੱਗਣ ਕਰਕੇ ਇਸ ਦੀ ਸ਼ੋਭਾ ਮੰਦੀ ਹੁੰਦੀ ਹੈ। ਪੀਏ ਨਾ ਕੋਈ ਅੱਕ ਦੁੱਧ, ਪੀਤੇ ਮਰਿਆ ਦੁੱਧ ਨਾ ਹੋਈ। ਤੋ ਪੀਏ ਨਾ ਕੋਈ ਅੱਕ ਦੁੱਧ, ਤੋ ਅੱਕ ਦੇ ਦੁੱਧ ਨੂੰ ਕੋਈ ਨਹੀਂ ਪੀਂਦਾ। ਇਸ ਦੇ ਪੀਣ ਨਾਲ ਪ੍ਰਾਣੀ ਮਰ ਜਾਂਦਾ ਹੈ। ਇਸ ਵਿੱਚ ਦੁੱਧ ਦਾ ਕੋਈ ਗੁਣ ਨਹੀਂ ਹੁੰਦਾ, ਮਨਮੁਖ ਵਿੱਚ ਕੋਈ ਗੁਣ ਨਹੀਂ ਹੁੰਦਾ। ਮਨ ਵਿੱਚ ਅੱਖ ਦੇ ਦੁੱਧ ਵਰਗਾ ਹੈ। ਹਾਂ, ਖੱਖੜੀਆਂ ਵਿੱਚ ਬੁੱਢੀਆਂ ਫੱਟ ਫੁੱਟ ਛੁੱਟ ਉੱਡਣ ਉਈ। ਤੋ ਖੱਖੜੀਆਂ ਅੱਖ ਦੀਆਂ ਖੱਖੜੀਆਂ ਵਿੱਚੋਂ ਰੂਹ ਦੀਆਂ ਗੋੜੀਆਂ ਫੁੱਟ ਕੇ ਨਿਕਲਦੀਆਂ ਤੇ ਉੜਦੀਆਂ ਫਿਰਦੀਆਂ ਹਨ। ਕਈਆਂ ਦੀਆਂ ਅੱਖਾਂ ਵਿੱਚ ਪੈ ਕੇ ਦੁਖੀ ਕਰਦੀਆਂ ਹਨ। ਚਿੱਤ ਮਤਾਲਾ ਅੱਖ ਢਿੱਡ ਮਿਲੇ ਦੁਬਾਜਰਿਆਂ ਕਿਉਂ ਢੋਈ। ਤੋ ਚਿੱਤਰ ਮਿੱਤਰੇ ਅੱਗ ਟਿੱਡੇ ਵਾਂਗੂ ਦੁਬਾਜਰੇ ਮਨਮੁਖ ਨੂੰ ਕੋਈ ਢੋਈ ਨਹੀਂ ਮਿਲਦੀ। ਸਿੱਧਾ ਨਰਕਾਂ ਵਿੱਚ ਜਾਂਦਾ ਨੂੰ ਢੋਈ ਨਹੀਂ ਮਿਲਦੀ। ਅੱਖ ਟਿੱਡਾ ਹੈ, ਜ਼ਹਿਰ ਖਾਂਦਾ ਹੈ। ਖਾਏ ਧਤੂਰਾ ਬਰਲੀਏ ਤੋ ਕੱਖ ਚੁਨੰਦਾ ਵੱਤੇ ਲੋਈ। ਤੋ ਜੇਕਰ ਕੋਈ ਧਤੂਰਾ ਖਾ ਲਵੇ ਤਾਂ ਕਮਲਾ ਹੋ ਕੇ ਗਲੀਆਂ ਦੇ ਕੱਖ ਟੁੰਦਾ ਫਿਰਦਾ, ਗਲੀਆਂ ਦੇ। ਤੇ ਕੌੜੀ ਰਤਕ ਜੇਲ ਪਰੋਈ। ਭਾਈ ਮਨਮੁਖ ਦੁਬਾਜਰਾ ਮਨੋਂ ਕੌੜੀਆਂ ਰਤੀਆਂ ਦਾ ਹਾਰ ਪਰੋਂਦਾ ਹੈ। ਮਨਮੁਖ ਵੀ ਉਤਲੇ ਦ੍ਰਿਸ਼ਟਾਂਤਾਂ ਦੀ ਤਰ੍ਹਾਂ ਹੀ
ਜ਼ਹਿਰ ਦਾ ਭਰਿਆ ਰਹਿੰਦਾ, ਜ਼ਹਿਰ ਦਾ ਭਰਿਆ ਰਹਿੰਦਾ। ਵਾਹਿਗੁਰੂ ਇੰਨੀਆਂ ਐਗਜ਼ਾਮਪਲਾਂ ਦਿੱਤੀਆਂ, ਇੰਨੀਆਂ ਐਗਜ਼ਾਮਪਲਾਂ ਦੇਖ ਲਓ। ਕੌੜੀ ਰਤਕ ਜੇਲ ਪਰੋਈ, ਜੇਲ ਹਾਰ ਹੁੰਦਾ, ਜੇਲ ਪਰੋਈ। ਪੌੜੀ 19ਵੀਂ ਕਹਿੰਦਾ ਵਧੇ ਚੀਲ ਉਜਾੜ ਵਿੱਚ, ਉੱਚੇ ਉੱਪਰ ਉੱਚੀ ਹੋਈ। ਤੋ ਵਧੇ ਚੀਲ, ਚੀਲ ਦਾ ਦਰਖਤ ਉਜਾੜ ਵਿੱਚ ਉੱਚੇ ਪਹਾੜਾਂ ਤੇ ਉੱਗ ਕੇ ਉੱਚਾ ਹੁੰਦਾ ਹੈ। ਸੋ ਗੰਢੀ ਜਲਣ ਮੁਸਾਹਰੇ, ਮੁਸਾਹਰੇ ਮਸ਼ਾਲਾ ਵਾਂਗੂ, ਗੰਢੀ ਜਲਣ ਮੁਸਾਹਰੇ, ਪੱਤ ਅਪੱਤ ਨਾ ਛੂੰਦਾ ਕੋਈ। ਉਸ ਦੀਆਂ ਗੰਢਾਂ ਮਸਾਲਾ ਵਾਂਗੂ ਬਲਦੀਆਂ, ਗੰਢਾਂ ਉਸ ਤੇ ਬੇਪੱਤੀਆਂ ਨੂੰ, ਪੱਤੀਆਂ ਨੂੰ, ਬੇਪੱਤੀਆਂ ਨੂੰ ਪੱਤੇ ਸੂਈਆਂ ਵਰਗੇ ਤਿੱਖੇ ਹੋਣ ਕਰਕੇ ਕੋਈ ਛੂੰਦਾ ਹੀ ਨਹੀਂ। ਬੇਪੱਤੇ ਲਿਖਿਆ, ਅਪੱਤ ਬੇਪੱਤਾ, ਜਿਹਦੀ ਇੱਜ਼ਤ ਹੀ ਨਹੀਂ, ਬੇਪੱਤਾ ਉਹਨੂੰ ਕੋਈ ਛੂੰਦਾ ਹੀ, ਤੇਜ ਹੁੰਦੇ। ਛਾਉ ਨਾ ਬਹਿਨ ਪੰਧਾਣੂਆਂ, ਪਵੇ ਪਿਛਾਵਾਂ ਟਿੱਬੀ ਟੋਈ। ਦੇਖ ਲਓ, ਤੇ ਉਸਦੀ ਛਾਂ ਹੇਠ ਕੋਈ ਰਾਹ ਹੀ ਨਹੀਂ ਬਹਿੰਦਾ। ਕਿਉਂ? ਉਸਦੀ ਛਾਂ ਟੋਇਆਂ ਟਿੱਬਿਆਂ ਵਿੱਚ ਹੀ ਪੈਂਦੀ ਹੈ। ਦੇਖ ਲਓ, ਫਿੱਡ ਜਿਵੇਂ ਫੁੱਲ ਫਾਟੀਆਂ ਨ, ਘੁੰਗਰਿਆਲੇ ਰੁੱਲਣ ਪਲੋਈ। ਉਹ ਉਸਦੇ ਫਲ ਅੱਕ ਦੀ ਖੱਖੜੀ ਵਾਂਗੂ ਫਟਦੇ ਹਨ ਤੇ ਗੋਲ ਗੋਲ ਹੋ ਕੇ ਰੁਲਦੇ, ਟਿੱਬਿਆਂ ਵਿੱਚ ਹੀ ਪੈਂਦੇ ਹਨ, ਰੁਲਦੇ। ਕਾਠ ਕੋ ਕਾਠ ਨਾ ਸਹਿ ਸਕੇ, ਪਾਣੀ ਪਵਨ ਨਾ ਧੁੱਪ ਨਾ ਲੋਈ। ਤੋ ਚੀਲ ਦੀ ਲੱਕੜੀ ਖੋਟੀ ਲੱਕੜੀ ਹੈ, ਹਵਾ ਪਾਣੀ ਤੇ ਧੁੱਪ ਦੀ ਲੋ ਨੂੰ ਨਹੀਂ ਸਹਿ ਸਕਦੀ। ਨਹੀਂ ਲੱਗੀ ਮੂਲ ਨਾ ਵਿੰਝ ਵੇ, ਜਲਦੀ ਹੋਮੇ ਅੱਗ ਖੜੋਈ। ਤੇ ਚੀਲ ਦੇ ਮੁੱਢ ਨੂੰ ਅੱਗ ਲੱਗ ਜਾਏ ਨਾ, ਉਹ ਬੁਝਦੀ ਨਹੀਂ। ਉੱਚਾ, ਬਹੁਤ ਉੱਚਾ ਹੁੰਦਾ ਨਾ, ਹੋਮੇ ਦੀ ਅੱਗ ਕਰਕੇ ਖੜੋਤੀ ਸੜ ਜਾਂਦੀ ਹੈ, ਮਨਮੁਖ ਵੀ ਸੜ ਜਾਂਦਾ ਹੈ। ਉਹ ਵਡਿਆਈ ਕਰ ਦਈ ਵਗੋਈ। ਸੋ ਵਡਿਆਈ ਹੋਮੇ ਕਰਨ ਕਰਕੇ ਹੀ ਵਾਹਿਗੁਰੂ ਨੇ ਉਸ ਦਾ ਨਾਸ਼ ਕਰ ਦਿੱਤਾ ਹੈ। ਵਾਹਿਗੁਰੂ ਨੇ ਦਈ ਵਗੋਈ, ਕਿਰਪਾਲੂ ਵਾਹਿਗੁਰੂ ਨੇ ਉਹਦਾ ਨਾਸ਼ ਹੀ ਕਰ ਦਿੱਤਾ ਹੈ, ਬੇੜਾ ਗਰਕ ਕਰ ਦਿੱਤਾ ਉਹਦਾ। ਚੀਲ ਨੂੰ ਅੱਗ ਲੱਗ ਜਾ, ਬੁਝਦੀ ਨਹੀਂ। ਚੀਲ ਕੱਚੀ ਲੱਕੜ ਹੈ ਨਾ, ਇਹ ਨਹੀਂ ਬੁਝਦੀ। ਮਨਮੁਖ ਦੁਸ਼ਟ ਬੰਧਨ ਰੂਪ ਹੁੰਦੇ ਹਨ, ਦੁਸ਼ਟਾ ਤੇ ਭਲਾਈ ਦਾ। 3 ਸਨ ਕੁਪਾ, ਤਿਲ ਕਾਲਾ ਫੁੱਲ ਉਜਲਾ, ਹਰਿਆ ਬੂਟਾ ਕਿਆ ਨਿਸ਼ਾਨੀ। ਕਹਿੰਦੇ ਵੀ ਤਿਲ ਕਾਲਾ ਤੇ ਫੁੱਲ ਚਿੱਟਾ ਹੁੰਦਾ, ਬੂਟਾ ਹਰਾ ਹੁੰਦਾ ਹੈ, ਤੇ ਤਿਲ ਦੀ ਨਿਸ਼ਾਨੀ ਕੀ ਹੈ? ਕਹਿੰਦਾ ਮੁੱਢੋਂ ਵੱਢ ਬਣਾਈ ਹੈ, ਸਿਰ ਤਲਵਾਇਆ ਮੰਝ ਬਬਾਣੀ। ਤੋ ਇਸ ਨੂੰ ਮੁੱਢੋਂ ਵੱਢ ਕੇ ਦਬਾ ਬਣਾਈਦਾ ਤੇ ਉਜਾੜ ਵਿੱਚ ਸਿਰ ਪਰਨੇ ਰੱਖੀਦਾ। ਸਿਰ ਪਰਨੇ ਕਰ ਕੱਟ ਪਾਈ ਝੰਬੀਏ, ਤੇਲ ਤਿਲਹੂ ਪੀੜੇ ਕਹਾਣੀ। ਤੋ ਇਸ ਦੀਆਂ ਦੱਬੀਆਂ ਬਣਾ ਕੇ ਝੰਬੀਦਾ, ਤਦ ਇਸ ਵਿੱਚੋਂ ਤਿਲ ਨਿਕਲਦੇ ਹਨ। ਫਿਰ ਇਹ ਤਿਲਾਂ ਨੂੰ ਪੀੜ ਕੇ ਤੇਲ ਕੱਢੀਦਾ। ਸਣ ਕਪਾਹ ਦੋਏ ਰਾਹ ਕਰ, ਪਰਉਪਕਾਰ ਵਿਕਾਰ ਵਿਢਾਣੀ। ਤੋ ਸਣ ਤੇ ਕਪਾਹ ਦੇ 2 ਰਾਹ ਹਨ। ਕਪਾਹ ਪਰਉਪਕਾਰ ਕਰਦੀ ਹੈ ਤੇ ਸਣ ਖੋਟੇ ਕੰਮ ਕਰਦੀ ਹੈ। ਵੇਲ ਕਤਾਇਆ ਵਣਾਈਏ, ਪਰਦਾ ਕੱਜਣ ਕੱਪੜ ਪ੍ਰਾਣੀ। ਸੋ ਕਪਾਹ ਨੂੰ ਵੇਲ ਕੇ ਕੱਤ ਕੇ ਕੱਪੜਾ ਕੱਜਣ ਲਈ ਨੰਗੇਜ ਕੱਜਦਾ, ਤੋ ਉਣਿਆ ਜਾਂਦਾ, ਬੰਦੇ ਦਾ ਨੰਗੇਜ ਕੱਜਦਾ। ਖਲ ਕਢਾਏ ਬਣਾਏ, ਸਣ ਰੱਸੇ ਬੰਨਣ ਮਨ ਸ਼ਰਮਾਣੀ। ਸੋ ਪਰ ਸਣ ਆਪਣੇ ਖਲ ਕਢਾ ਕੇ ਰੱਸੇ ਵਟਾਉਂਦੀ ਹੈ ਤੇ ਜੀਵ ਨੂੰ ਬੰਨ ਕੇ ਮਨ ਵਿੱਚ ਸ਼ਰਮ ਕਰਦੀ ਹੈ, ਮਨਮੁਖ ਹੈ। ਦੁਸ਼ਟਾਂ ਦੁਸ਼ਟਾਈ ਮਹਿਮਾਨੀ। ਤੋ ਦੁਸ਼ਟਾਂ ਕੋਲ ਦੁਖਦਾਈ ਹੀ ਪ੍ਰਾਹੁਣਚਾਰੀ ਹੈ, ਦੁਸ਼ਟਾਂ ਕੋਲ ਦੁਖਦਾਈ ਦੀ ਹੀ ਪ੍ਰਾਹੁਣਚਾਰੀ ਹੈ। ਗੁਰਮੁਖ ਕਪਾਹ ਦੀ ਤਰ੍ਹਾਂ ਪਰਉਪਕਾਰੀ ਹਨ,
ਮਨਮੁਖ ਸਾਂਦੀ ਤਰ੍ਹਾਂ ਦੁਸ਼ਟ ਹਨ ਭਾਈ। ਨਹੀਂ ਸਮਝ ਆਉਂਦੀ, ਬੜਾ ਦਿੱਤਾ ਭਾਈ। ਪੌੜੀ 21ਵੀਂ। ਦੂਜਾ ਭਾਵ ਕਿੱਕਰ ਤੇ ਧਰੇਕ ਵਾਂਗੂ ਹੈ। ਕਿੱਕਰ ਤੇ ਧਰੇਕ। ਸੋ ਕਿੱਕਰ ਕੰਡੇ ਧਰੇਕ ਫਲ ਫਲੀ ਨਾ ਫਲਿਆ ਨੇਫਲ ਦੇਹੀ। ਦੇਹੀ ਇਹ ਤਾਂ ਐਗਜ਼ਾਮਪਲ ਹੈ। ਕਿੱਕਰਾਂ ਨੂੰ ਕੰਡੇ ਤੇ ਫਲੀਆਂ ਤੇ ਧਰੇਕ ਨੂੰ ਫਲ ਤ੍ਰਿਕੋਣੇ ਲੱਗਦੇ ਹਨ, ਪਰ ਦੋਵਾਂ ਦੇ ਫਲ ਫੁੱਲ ਵਿਅਰਥ ਹੀ ਹੁੰਦੇ ਹਨ। ਕਿਉਂ? ਦੋਵਾਂ ਦੇ ਫਲ ਤੇ ਫੁੱਲ ਮਿੱਠੇ ਨਹੀਂ ਹੁੰਦੇ। ਨੇਫਲ ਦੇਹੀ ਦੇਖਿਆ ਉਹਨਾਂ ਦੇ ਕੀ ਫਾਇਦਾ? ਨੇਫਲ ਦੇਹੀ ਸਰੀਰ ਤਾਂ ਵਿਅਰਥ ਗਿਆ ਨਾ ਭਾਈ, ਉਹਦਾ ਕੀ ਫਾਇਦਾ ਹੋਇਆ? ਗੱਲ ਤਾਂ ਸਰੀਰ ਦੀ ਕੀਤੀ ਹੈ। ਤੋ ਰੰਗ ਬਿਰੰਗੀ ਦੋਹਾਂ ਫੁੱਲ, ਮਤਲਬ ਮਨਮੁਖ ਨੂੰ ਕਿਹਾ ਕਿੱਕਰ ਤੇ ਧਰੇਕ ਵਰਗਾ ਹੀ ਆ, ਤੇਰੀ ਨੇਫਲ ਦੇਹੀ। ਸਰੀਰ ਤਾਂ ਜਾਈ ਚਲਾ ਗਿਆ। ਰੰਗ ਬਿਰੰਗੀ ਦੋ ਫੁੱਲ, ਦਾਖ ਨ ਗੁੱਛਾ ਕਪਟ ਸਨੇਹੀ। ਦਾਗ ਨ ਗੁੱਛਾ ਕਪਟ ਸਨੇਹੀ। ਤੇ ਦੋਵਾਂ ਨੂੰ ਰੰਗ ਬਿਰੰਗੇ ਫਲ ਲੱਗਦੇ ਹਨ, ਪਰ ਦਾਖ ਦੇ ਗੁੱਛੇ ਵਾਂਗੂ ਮਿੱਠੇ ਨਹੀਂ ਹੁੰਦੇ। ਕਪਟੀ, ਠੱਗ, ਝੂਠੇ, ਕੌੜੇ, ਕੁੜੱਤਣ ਦੇ ਪ੍ਰੇਮੀ ਹਨ। ਦੇਖਿਆ ਜੀ। ਚਿਤ ਮਿਤਾਲਾ ਰਿੰਡ ਫਲ, ਥੋਥੀ ਥੋਹਰ ਆਸ ਕਨੇਹੀ। ਚਿਤ ਮਿਤਾਲਾ ਤੋ ਰਿੰਡ ਦਾ ਫਲ ਵੀ ਚਿੱਤਰ ਮਿੱਤਰਾ ਹੁੰਦਾ ਹੈ, ਪਰ ਉਹ ਕੌੜਾ ਹੀ ਰਹਿੰਦਾ ਹੈ। ਖਾਲੀ ਥੋੜ ਦੇ ਬੂਟੇ ਤੋਂ ਚੰਗੇ ਫਲ ਦੀ ਕੀ ਆਸ ਰੱਖੀ ਜਾ ਸਕਦੀ ਹੈ? ਕੀ ਆਸ ਰੱਖੀ ਜਾ ਸਕਦੀ ਹੈ? ਰੱਤਾ ਫੁੱਲ ਨਾ ਮੁੱਲ ਅੰਡ ਅੱਡ, ਤੋ ਨੇਫਲ ਸਿੰਬਲ ਛਾਮ ਜੇ ਹੀ। ਉਹ ਭਾਈ ਸਿੰਬਲ ਦਾ ਫਲ ਲਾਲ ਹੁੰਦਾ ਹੈ, ਪਰ ਉਸ ਦਾ ਮੁੱਲ ਅੱਧੀ ਕੌਡੀ ਵੀ ਨਹੀਂ ਹੁੰਦਾ। ਉਸ ਦੀ ਛਾਂ ਵੀ ਵਿਅਰਥ ਹੈ, ਛਾਂ ਵੀ ਕੰਮ ਨਹੀਂ ਆਉਂਦੀ। ਜਿਉਂ ਨਲੀਏਰ ਕਠੋਰ ਫਲ, ਮੂੰਹ ਭੰਨੇ ਤੇ ਗਰੀ ਤਵੇਹੀ। ਤੋ ਜਿਵੇਂ ਨਾਰੀਅਲ ਦਾ ਫਲ ਕਠੋਰ ਹੁੰਦਾ ਹੈ, ਪਰ ਉਸ ਦਾ ਮੂੰਹ ਭੰਨੋ ਤਾਂ ਕਰੜੀ ਗਿਰੀ ਦਿੰਦਾ ਹੈ। ਗਿਰੀ ਦਿੰਦਾ ਹੈ, ਗਿਰੀ ਦਿੰਦਾ ਹੈ ਨਾ। ਸੂਤ ਕਪਾਹ ਸਪੂਤ ਦੂਤ, ਕਾਲੇ ਧੌਲੇ ਤੂਤ ਅਵੇਹੀ। ਉਹ ਭਾਈ ਜਿਵੇਂ ਤੂਤ ਕਾਲਾ ਹੈ ਤੇ ਚਿੱਟਾ ਹੋਣ ਕਰਕੇ ਦੋ ਸਵਾਦ ਦਿੰਦਾ ਹੈ, ਇਸੇ ਤਰ੍ਹਾਂ ਪੁੱਤਰ ਤੇ ਕਪੁੱਤਰ ਦੋਵੇਂ ਪੁੱਤਰ ਹੁੰਦੇ ਹਨ, ਪਰ ਸੁਪੁੱਤਰ ਸੁਖ ਦਿੰਦਾ ਹੈ, ਕਪੁੱਤਰ ਦੁੱਖ ਦਿੰਦਾ ਹੈ। ਦੂਜਾ ਭਾਉ ਕੁਦਾਉ ਧਰੇਹੀ। ਦੂਜਾ ਭਾਉ ਕੁਦਾਉ ਧਰੇਹੀ। ਉਹ ਮਾਇਆ ਵਿਕਾਰਾਂ ਨਾਲ ਪਿਆਰ ਧੁਰ ਤੋਂ ਹੀ ਖੋਟਾ ਤਰੀਕਾ ਗਿਣਿਆ ਜਾਂਦਾ ਹੈ, ਜਾਣਿਆ ਜਾਂਦਾ ਹੈ। ਧੁਰ ਤੋਂ ਹੀ ਗਲਤ ਕਰਾਰ ਦਿੱਤਾ ਹੋਇਆ ਹੈ। ਕਿਉਂ ਕਿ ਜੀਵ ਰੱਬ ਹੈ, ਸਰੀਰ ਝੂਠਾ ਹੈ, ਫਰੇਬੀ ਹੈ, ਠੱਗ ਹੈ, ਛਲੇਡਾ ਹੈ। ਛਲੇਡਾ ਰੱਬ ਨੂੰ ਠੱਗ ਲੈਂਦਾ ਹੈ। ਪੌੜੀ 12ਵੀਂ। ਗੁਰਮੁਖ ਜੁਗਤੀ ਨਾਲ ਮਨ ਨੂੰ ਵਸ ਵਿੱਚ ਕਰ ਲੈਂਦੇ ਹਨ। ਕਿਉਂ? ਮਨ ਹੁੰਦਾ ਮਣੀ। ਕਾਲੇ ਸੱਪ ਸਿਰ, ਹੱਸ ਹੱਸ ਰਸ ਰਸ ਦੇ ਨਾ ਜਾਣੇ। ਕਹਿੰਦਾ ਜਿਵੇਂ ਕਾਲੇ ਫਨੀਅਰ ਸੱਪ ਦੇ ਸਿਰ ਵਿੱਚ ਮਣੀ ਹੁੰਦੀ ਹੈ, ਤੇ ਉਹ ਪ੍ਰਸੰਨ ਹੋ ਕੇ ਰਸ ਨਾਲ ਦੇਣਾ ਨਹੀਂ ਜਾਣਦਾ, ਖੁਸ਼ ਹੋ ਕੇ ਉਸ ਨੂੰ ਮਾਰ ਕੇ ਹੀ ਮਣੀ ਮਿਲਦੀ ਹੈ, ਆਪਣੇ ਆਪ ਨਹੀਂ ਦਿੰਦਾ। ਜਾਨ ਕਥੂਰੀ ਮਿਰਗ ਤਨ ਜੀਵਦਿਆਂ ਕਿਉਂ ਕੋਈ ਆਣੇ। ਭਾਈ ਮਿਰਗ ਦੀ ਧੁੰਨੀ ਵਿੱਚ ਕਸਤੂਰੀ ਹੁੰਦੀ, ਸਾਰੇ ਜਾਣਦੇ ਹਨ। ਤੋ ਹਿਰਨ ਦੇ ਜਿਉਂਦਿਆਂ ਕਿਵੇਂ ਕੋਈ ਲੈ ਸਕਦਾ? ਕਿਵੇਂ ਕੋਈ ਕੱਢ ਸਕਦਾ? ਮਾਰ ਕੇ ਹੀ ਮਿਲਦੀ ਹੈ ਭਾਈ। ਆਰਨ ਲੋਹਾ ਤਾਈਏ ਘੜੀਏ ਜਿਉਂ ਵਗਦੇ ਵਦਾਣੇ। ਸੋ ਲੋਹੇ ਨੂੰ ਭੱਠੀ ਵਿੱਚ ਗਰਮ ਕਰੀਦਾ, ਜਿਉਂ ਜਿਉਂ ਉਸਨੂੰ ਹਥੌੜੇ ਵੱਜਦੇ ਹਨ ਤਿਉਂ ਤਿਉਂ ਘੜਿਆ ਜਾਂਦਾ ਭਾਈ। ਮਾਰ ਖਾ ਕੇ ਘੜਿਆ ਜਾਂਦਾ ਭਾਈ। ਤੋ ਸੂਰਨ ਮਾਰਨ ਸਾਧੀਏ ਖਾਏ ਸਲਾਹ ਪਰਖ ਪਰਵਾਨੇ। ਉਹ ਭਾਈ ਜਿਮੀ ਕੰਦ ਨੂੰ ਮਸਾਲਿਆਂ ਨਾਲ ਬਣਾਈਦਾ, ਤਦ ਹੀ ਖਾਧਾ ਜਾਂਦਾ। ਲੋਕ ਉਸ ਨੂੰ ਸਲਾਉਂਦੇ ਹਨ ਤੇ ਪ੍ਰਵਾਨ ਕਰਦੇ ਹਨ। ਕੱਚਾ ਸੰਘ ਨੂੰ ਸਾੜਦਾ ਹੈ। ਤੋ ਪਾਨ ਸੁਪਾਰੀ ਕੱਥ ਮਿਲ ਚੂਨੇ ਰੰਗ ਸੁਰੰਗ ਸਿਆਣੇ। ਪਾਨ ਦਾ ਪੱਤਾ, ਸੁਪਾਰੀ, ਕੱਥਾ ਤੇ ਚੂਨੇ ਨੂੰ ਮਿਲਣ ਨਾਲ ਸੋਹਣਾ ਲਾਲ ਰੰਗ ਹੋ ਜਾਏ, ਚਾਰੇ ਇਕੱਠੇ ਹੋ ਜਾਂਦੇ ਹਨ। ਔਖਦ ਹੋਵੇ ਕਾਲਕੂਟ ਮਾਰਜ ਵਾਲਣ ਵੈਦ ਸੁਜਾਣੇ। ਉਹ ਭਾਈ ਜ਼ਹਿਰ ਉਂਝ ਤਾਂ ਮਨੁੱਖਾਂ ਨੂੰ ਮਾਰ ਦਿੰਦੀ ਹੈ,
ਪਰ ਸਿਆਣੇ ਵੈਦ ਜਦੋਂ ਉਸ ਦੀ ਦਵਾਈ ਬਣਾਉਂਦੇ ਹਨ ਤੇ ਫਿਰ ਉਹ ਜਿਉਂਦਿਆਂ ਨੂੰ ਵੀ ਜਿਉਂਦਾ ਕਰ, ਮਰਦਿਆਂ ਨੂੰ ਵੀ ਜਿਉਂਦਾ ਕਰ ਦਿੰਦੀ। ਔਖੜ ਹੋਵੇ ਕਾਲ ਮਾਰ ਜੀ ਵਾਲਣ ਵੈਦ ਸੁਜਾਨ। ਵੈਸੇ ਮਾਰ ਦਿੰਦੀ ਹੈ, ਪਰ ਉਹ ਜਦੋਂ ਦਵਾਈ ਬਣ ਜਾਂਦੀ ਹੈ ਉਹ ਮੁਰਦਿਆਂ ਨੂੰ ਵੀ ਜਿੰਦਾ ਕਰ ਜਾਂਦੀ। ਮਨ ਪਾਰਾ ਗੁਰਮੁਖ ਵਸ ਆਣੇ, ਮਨ ਪਾਰਾ ਗੁਰਮੁਖ ਵਸ ਆਣੇ। ਇਸੇ ਤਰ੍ਹਾਂ ਮਨ ਭਾਵੇਂ ਪਾਰੇ ਦੀ ਤਰ੍ਹਾਂ ਚੰਚਲ ਹੈ, ਰੁੜ ਜਾਂਦਾ, ਪਾਰਾ ਨਹੀਂ ਠਹਿਰਦਾ। ਪਰ ਬਾਬੇ ਨਾਨਕ ਦੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਅੰਮ੍ਰਿਤ ਛਕ ਕੇ ਬਾਣੀ ਵਿਚਾਰ ਕੇ ਸਿਮਰਨ ਵਿੱਚ ਸੁਰ ਜੋੜ ਕੇ ਵਸ ਵਿੱਚ ਆ ਜਾਂਦਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਤੇ ਮਨ ਨੂੰ ਵਸ ਕਰਨ ਦਾ ਹੋਰ ਕੋਈ ਤਰੀਕਾ ਹੀ ਨਹੀਂ, ਨਿਰੋਲ ਬਖਸ਼ਿਸ਼ ਹੈ। 33 ਕਰੋੜ ਦੇਵੀ ਦੇਵਤੇ ਬ੍ਰਹਮਾ ਦੇ ਪੁੱਤਰ ਨਾਰਦ ਮੁਨੀ ਮਨ ਬਾਰੇ ਸਮਝ ਨਹੀਂ ਸਕੇ। ਸਨਕਾਦਿਕ ਨਾਰਦ ਮੁਨੀ ਅਰ ਸੇਖਾ ਤਿਨ ਵੀ ਤਨ ਮੈਂ ਮਨ ਨਹੀਂ ਪੇਖਾ। ਸੋ ਭਾਈ ਇਹ ਗੱਲ ਸਮਝਣ ਵਾਲੀ ਹੈ। ਇੱਥੇ ਹੁਣ ਦੇਖੋ ਗੱਲ ਅਸਲ ਸਮਝਾਇਆ ਕੀ ਆ, ਕੀ ਗੱਲ ਸਮਝਾਈ ਆ। ਕਹਿੰਦਾ ਸੱਪ ਕੋਲੋਂ ਮਨੀ ਲੈ ਲੋਗੇ, ਮਾਰ ਕੇ ਹੀ ਲਓਗੇ ਨਾ। ਮਨ ਵਸ ਨਹੀਂ ਹੁੰਦਾ। ਸੱਪ ਮਨੀ ਆਪਣੇ ਆਪ ਮਨਾ ਟਿਕ ਜਾ, ਇਹ ਨਹੀਂ ਟਿਕਣ ਵਾਲਾ, ਇਹ ਮਾਰ ਕੇ ਹੀ ਟਿਕਿਆ ਜਾਣਾ। ਸੋ ਮਿਰਗ ਤੋਂ ਕਸਤੂਰੀ ਲੈ ਲੋਗੇ, ਉਹਦੇ ਧੁੰਨੀ ਚ ਹੁੰਦੀ ਹੈ, ਨਹੀਂ, ਮਾਰ ਕੇ ਹੀ ਲਈ ਜਾਣੀ ਹੈ। ਇਹ ਪਿਆਰ ਨਾਲ ਨਹੀਂ ਮੰਨਣ ਵਾਲਾ। ਉਹ ਲੋਹਾ ਤਾਂ ਕੇ ਹੀ ਕੁੱਟਿਆ ਜਾਂਦਾ ਤਾਂ ਠੀਕ ਰਹਿੰਦਾ, ਤਾਂ ਹੀ ਉਹ ਘੜਿਆ ਜਾਂਦਾ ਹੈ, ਘੜਿਆ ਨਹੀਂ ਜਾਂਦਾ। ਸੋ ਜੀਵੀ ਕੰਦ ਨੂੰ ਮਸਾਲਿਆਂ ਨਾਲ ਬਣਾਈਦਾ ਤਾਂ ਹੀ ਖਾਧਾ ਜਾਂਦਾ, ਨਹੀਂ ਤੇ ਕੱਚਾ ਨਹੀਂ ਖਾਧਾ ਜਾਂਦਾ। ਪਾਨ ਸੁਪਾਰੀ ਕੱਥਾ ਤੇ ਚੂਨੇ ਮਿਲ ਕੇ ਹੀ ਲਾਲ ਰੰਗ ਬਣਦਾ। ਇਹ ਪਿਆਰ ਨਾਲ ਮੰਨਣ ਵਾਲਾ ਨਹੀਂ ਭਾਈ। ਉਹ ਚਿੱਠੀਆਂ ਹੀ ਲਾਲ ਰੰਗ ਹੋਊ, ਚਿੱਠੀਆਂ ਹੀ। ਤੋ ਜ਼ਹਿਰ ਹੈ ਨਾ, ਬੰਦਾ ਖਾਧਿਆਂ ਮਰ ਜਾਂਦਾ। ਤੇ ਜ਼ਹਿਰ ਦਾ ਜੇ ਦਵਾਈ ਬਣਾ ਲਈਏ ਤੇ ਮੁਰਦਾ ਸੱਪ ਲੜ ਜਾਏ ਨਾ ਤੇ ਉਹ ਜਵਾ ਦਿੰਦੀ। ਮਨ ਪਾਰੇ ਵਰਗਾ ਗੁਰਮੁਖ ਵਸ ਆਏ, ਗੁਰੂ ਦੀ ਮਿਹਰ ਨਾਲ ਵਸ ਚ ਆਉਂਦਾ ਭਾਈ। ਇਹ ਬਾਕੀ ਸਾਰੀਆਂ ਐਗਜ਼ਾਮਪਲ ਹੈ। ਜ਼ਹਿਰ ਖਾ ਲੋਗੇ ਨਹੀਂ, ਪਰ ਜ਼ਹਿਰ ਦੀ ਦਵਾਈ ਬਣ ਜਾਏ। ਮਨ ਵਸ ਇਹ ਪਾਰਾ ਆ, ਪਾਰਾ ਆ, ਇਹ ਵਸ ਚ ਨਹੀਂ ਆਉਣਾ ਭਾਈ। ਓਏ ਇਹ ਨਹੀਂ ਵਸ ਚ ਆਉਣਾ। ਇਹਨੂੰ ਕਹਿ ਗੁਰੂ ਨਾਨਕ ਹੀ ਵਸ ਚ, ਉਹ ਗੁਰੂ ਦੀ ਮਿਹਰ ਨਾਲ ਵਸ ਚ ਆਉਂਦਾ, ਤੁਹਾਡੇ ਮੇਰੇ ਵਸ ਚ ਨਹੀਂ ਆ ਸਕਦਾ। ਵਾਰ 34ਵੀਂ। ਏਕ ਓਂਕਾਰ ਸਤ ਗੁਰ ਪ੍ਰਸਾਦ, ਬਾਬੇ ਨਾਨਕ ਦੀ ਵਡਿਆਈ ਪੌੜੀ ਵਹਿਲੀ। ਸਤਿਗੁਰੂ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ। ਵਾਹਿਗੁਰੂ ਬਾਬਾ ਨਾਨਕ ਰੱਬੀ ਪ੍ਰਕਾਸ਼ ਸਭ ਵਿੱਚ ਸਮਾਇਆ ਹੋਇਆ। ਓਏ ਬਾਬਾ ਨਾਨਕ ਰੱਬੀ ਪ੍ਰਕਾਸ਼। ਬਾਬੇ ਨਾਨਕ ਦੀ ਇੱਕ ਗੱਲ ਸਾਨੂੰ ਨਹੀਂ ਸਮਝ ਆਈ। ਮੰਨ ਲਓ ਮੈਂ ਇੱਥੇ ਬੈਠਾ, ਤੁਸੀਂ ਅਮਰੀਕਾ ਬੈਠੇ ਹੋ, ਕੈਨੇਡਾ ਬੈਠੇ ਹੋ, ਆਸਟ੍ਰੇਲੀਆ ਬੈਠੇ ਹੋ, ਇੰਗਲੈਂਡ ਬੈਠੇ ਹੋ, ਆਪਾਂ ਭਗਤੀ ਕਰਦੇ ਹਾਂ। ਉਹ ਬਾਬਾ ਦੱਸਣ ਲੱਗਾ ਇੱਕ ਹਵਾ ਦੀ ਤਰ੍ਹਾਂ। ਹੁਣ ਤੁਹਾਡੀ ਭਗਤੀ ਪੂਰੀ, ਤੁਹਾਡਾ ਸੁਭਾਅ ਠੀਕ ਹੋ ਗਿਆ, ਬਾਬੇ ਨੇ ਦਰਸ਼ਨ ਦੇਣੇ, ਮੈਨੂੰ ਇੱਥੇ ਦੇ ਦੇਣੇ। ਹਵਾ ਨਹੀਂ, ਉਹ ਸੂਖਸ਼ਮ ਹੈ। ਹਵਾ ਨਹੀਂ ਗੁਰੂ ਨਾਨਕ ਬਣ ਜਾਣਾ। ਹਵਾ ਉੱਥੇ ਵੀ, ਇੰਗਲੈਂਡ ਵੀ ਹਵਾ ਨਹੀਂ ਗੁਰੂ ਨਾਨਕ ਬਣ ਕੇ ਦਰਸ਼ਨ ਦੇ ਦੇਣੇ। ਅਮਰੀਕਾ ਵੀ, ਆਸਟ੍ਰੇਲੀਆ ਵੀ, ਕੈਨੇਡਾ ਵੀ। ਬੈਠੇ ਨੂੰ ਏਦਾਂ ਹੀ ਉਹਨੂੰ ਬਣਨ, ਉਹਨੂੰ ਕੋਈ ਸੱਚਖੰਡ ਤੋਂ ਆਉਣ ਦੀ ਲੋੜ ਥੋੜ੍ਹੀ ਆ। ਮਤਲਬ ਉਹ ਪ੍ਰਕਾਸ਼ ਆ, ਉਹ ਰੱਬੀ ਪ੍ਰਕਾਸ਼ ਸਭ ਵਿੱਚ ਸਮਾਇਆ ਹੋਇਆ। ਸੋ ਬਾਬਾ ਨਾਨਕ ਸਭ ਵਿੱਚ ਰੱਬੀ ਪ੍ਰਕਾਸ਼ ਦੀ ਤਰ੍ਹਾਂ ਸਮਾਇਆ ਹੋਇਆ। ਅਪਹੁੰਚ ਹੈ, ਅਗੰਮ। ਤੁਸੀਂ ਉਹਨੂੰ ਕਹੋ ਮੈਂ ਪਹੁੰਚ ਕੇ ਪੌੜੀ ਲਾ ਕੇ ਤੱਕ ਪਹੁੰਚ ਜਾਵਾਂ, ਨਹੀਂ। ਕਿਸੇ ਨਾਲ ਕੋਈ ਵੈਰ ਨਹੀਂ ਹੋਏ, ਨਿਰਲੇਪ ਹੈ। ਉਹ ਸਾਡੀ ਭਗਤੀ ਪੂਰੀ ਨਹੀਂ ਹੋਏ, ਸਾਡੇ ਅੰਦਰ ਕੋਈ ਨਾ ਕੋਈ ਵਿਘਨ ਪੈ ਜਾਂਦਾ। ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ, ਬਾਬੇ ਨਾਨਕ ਨੂੰ ਸੱਚੇ ਧਰਮ ਦੀ ਧਰਤੀ ਸਮਝੋ। ਸੱਚਾ ਵਾਹਿਗੁਰੂ, ਸੱਚਾ ਗੁਰਦੁਆਰਾ ਹੈ ਉਹ ਸੱਚਾ ਗੁਰਦੁਆਰਾ ਹੈ ਉਹ। ਗੁਰਦੁਆਰਾ ਚਲੇ ਜਾਓ ਉਹਦੇ ਕੋਲ। ਬਾਬੇ ਨਾਨਕ ਨੂੰ ਸੱਚੇ ਧਰਮ ਦੀ ਧਰਤੀ ਸਮਝੋ। ਸੱਚਾ ਵਾਹਿਗੁਰੂ ਧਰਮਸਾਲ ਆਵੋ। ਜੇ ਹਾ ਬੀਜੇ ਸੋ ਲੂਣੇ ਫਲ ਕਰਮ ਸੰਭਾਲਾ। ਹੁਣ ਆਪਾਂ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਤੁਹਾਡੇ ਦਰਸ਼ਨ ਨਹੀਂ ਹੋਏ। ਆਪਣੇ ਆਪਣੇ ਕਰਮਾਂ ਦੀ ਖੇਡ ਹੈ ਭਾਈ। ਜੋ ਬੀਜੋਗੇ ਉਹੀ ਵੱਢੋਗੇ। ਕਰਮਾਂ ਅਨੁਸਾਰ ਅੱਗੇ ਸੰਭਾਲ ਹੁੰਦੀ ਹੈ। ਨਾਮ ਬੀਜੋਗੇ ਸੱਚਖੰਡ, ਅੰਮ੍ਰਿਤ ਨਹੀਂ ਛਕੋਗੇ ਸਿੱਧਾ ਨਰਕਾਂ ਵਿੱਚ। ਧਰਤੀ ਹੈ ਤਾਂ ਧਰਤੀ ਹੈ, ਬੀਜ ਦਿਓ। ਜਿਉ ਕਰ ਨਿਰਮਲ ਯਾਰ ਸੀ ਜਗ ਵੇਖਣ ਵਾਲਾ। ਬਾਬਾ ਨਾਨਕ ਇੱਕ ਪਵਿੱਤਰ ਸ਼ੀਸ਼ਾ ਆ। ਜਿਵੇਂ ਸੋਹਣਾ ਸ਼ੀਸ਼ਾ ਹੁੰਦਾ, ਜਗਤ ਆਪਣਾ ਮੂੰਹ ਵੇਖਦਾ, ਤੇ ਬਾਬਾ ਵੀ ਇੱਕ ਨਿਰਮਲ ਸ਼ੀਸ਼ੇ ਵਰਗਾ ਹੈ। ਤੋ ਸਾਰੇ ਆਪਣਾ ਚਿਹਰਾ ਦੇਖ ਸਕਦੇ ਹਨ।
ਤੋ ਜਿਹਾ ਮੂੰਹ ਕਰ ਭਾਲੀਏ ਤੇਹੋ ਵੇਖਾਲਾ। ਤੋ ਜਿਹੋ ਜਿਹਾ ਕਿਸੇ ਦਾ ਮੂੰਹ ਹੁੰਦਾ ਹੈ ਉਹੋ ਜਿਹਾ ਹੀ ਉਹ ਸ਼ੀਸ਼ੇ ਅੱਗੇ ਦਿਸਦਾ ਹੈ। ਬਸ ਕਰਮ ਆ ਗਏ ਨਾ। ਸੇਵਕ ਦਰਗੇ ਸੁਰਖਰੂ ਬੇਮੁਖ ਮੋਹ ਕਾਲਾ। ਲੋ ਹੋ ਗਈ ਨਾ ਗੱਲ। ਉਹ ਜਿਹੜੇ ਗੁਰੂ ਨਾਨਕ ਦੇ ਸੇਵਕ ਬਣ ਜਾਂਦੇ, ਅੰਮ੍ਰਿਤਧਾਰੀ ਗੁਰਸਿੱਖ, ਨਰਕਾਂ ਤੋਂ ਬਚ ਜਾਂਦਾ ਹੈ। ਦਰਗਹਿ ਸੁਰਖਰੂ ਸੱਚਖੰਡ ਜਾਂਦਾ ਹੈ। ਤੋ ਜਿਸ ਨੇ ਅੰਮ੍ਰਿਤ ਨਹੀਂ ਛਕਿਆ ਉਸ ਦਾ ਮੂੰਹ ਕਾਲਾ ਕਰਕੇ ਨਰਕਾਂ ਵਿੱਚ ਭੇਜਿਆ ਜਾਂਦਾ। ਲੋ ਉਹ ਬਾਬੇ ਨਾਨਕ ਤੋਂ ਬੇਮੁਖ ਨੂੰ ਮੁਕਤੀ ਨਹੀਂ ਮਿਲਦੀ। ਨਹੀਂ। ਪੌੜੀ ਦੂਜੀ। ਜੋ ਗੁਰ ਗੋਪੇ ਆਪਣਾ ਕਿਉਂ ਸਿੱਝੇ ਚੇਲਾ। ਦੇਖਿਆ ਜੇ, ਜਿਹੜਾ ਬੇਮੁਖ ਗੁਰੂ ਨਾਨਕ ਤੋਂ ਬੇਮੁਖ ਹੋ ਗਿਆ, ਨਿੰਦੇ ਗੋਪੇ ਨਿੰਦੇ, ਜੋ ਆਪਣੇ ਗੁਰੂ ਨੂੰ ਨਿੰਦਦਾ ਹੈ, ਬੇਮੁਖ ਹੋ ਜਾਂਦਾ ਹੈ, ਉਹ ਕਿਵੇਂ ਸੱਚਖੰਡ ਜਾ ਸਕਦਾ ਹੈ? ਨਹੀਂ ਜਾ ਸਕਦਾ। ਸੰਗਲ ਹੱਥ ਚਲਾਈ ਹੈ ਜਮ ਪੰਥ ਅਕੇਲਾ। ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ। ਇਕੱਲੇ ਨੂੰ ਹੀ ਜਮਾਦਾ ਹੈ, ਰਾਹ ਤੇ ਨਰਕਾਂ ਵੱਲ ਲਿਜਾਇਆ। ਘਸੀਟ ਕੇ ਜੀ ਜੰਗਲ ਸੰਗਲ ਪਾ ਲਿਆ ਤੇ ਘਸੀਟ ਕੇ ਹੀ ਲਿਜਾਣਾ। ਤੇ ਲਹੇ ਸਜਾਈ ਨਰਕ ਵਿੱਚ ਉਹ ਖਰਾ ਦੁਹੇਲਾ। ਉਹ ਨਰਕਾਂ ਵਿੱਚ ਬੜਾ ਦੁਖੀ ਰਹਿੰਦਾ ਤੇ ਸਜ਼ਾਵਾਂ ਮਿਲਦੀਆਂ ਹਨ। ਤੋ 1,84 ਭੌਂਦਿਆਂ ਫਿਰ ਹੋਏ ਨਾ ਮੇਲਾ। ਉਹ 1,84 ਜੂਨਾਂ ਵਿੱਚ ਘੁੰਮਦਾ ਫਿਰ ਮਿਲਾਪ ਨਹੀਂ ਹੁੰਦਾ। ਜਨਮ ਪਦਾਰਥ ਹਾਰਿਆ ਜਿਉ ਜੂਵੇ ਖੇਲਾ। ਤੋ ਮਨਮੁਖ ਨੇ ਜਿਵੇਂ ਜੁਆਰੀ ਜੂਏ ਵਿੱਚ ਖੇਡ ਕੇ ਹਾਰ ਜਾਂਦਾ, ਇਸੇ ਤਰ੍ਹਾਂ ਹੀ ਮਨਮੁਖ ਦੇ ਨਾਮ ਨਾ ਜਪਨ ਕਰਕੇ ਆਪਣੇ ਕੀਮਤੀ ਮਨੁੱਖਾ ਜਨਮ ਦੀ ਬਾਜੀ ਹਾਰ ਗਿਆ। ਹੱਥ ਮਰੋੜੇ ਸਿਰ ਧੁਨੇ ਉਹ ਲਹੇ ਨਾ ਵੇਲਾ। ਹੱਥ ਮਰੋੜਦਾ, ਸਿਰ ਪਟਕਦਾ, ਪਟਕਾ ਪਟਕਾ ਕੇ ਮਾਰਦਾ। ਮੈਂ ਕੀ ਕਰ ਬੈਠਾ, ਅੰਮ੍ਰਿਤ ਕਿਉਂ ਨਾ ਛਕਿਆ, ਅੰਮ੍ਰਿਤ ਛਕ ਲੈਂਦਾ, ਨਾਮ ਕਿਉਂ ਨਹੀਂ ਜਪਿਆ, ਜਪ ਲੈਂਦਾ। ਹੁਣ ਮਨੁੱਖਾ ਜਨਮ ਦਾ ਸਮਾਂ ਦੁਬਾਰਾ ਨਹੀਂ ਮਿਲਦਾ, ਉਹ ਲਹੇ ਨਾ ਵੇਲਾ। ਹੁਣ ਮਨੁੱਖਾ ਜਨਮ ਦਾ ਸਮਾਂ ਦੁਬਾਰਾ ਨਹੀਂ ਮਿਲਦਾ। ਹੁਣ ਬੋਲੋ ਕੀ ਕਰਨਾ? ਇਸ ਤੋਂ ਉੱਤੇ ਕੀ ਐਗਜ਼ਾਮਪਲ ਤੁਹਾਨੂੰ ਦੇਵੇ? ਸੋ ਬੇਮੁਖ ਲੋਕ ਪ੍ਰਲੋਕ ਵਿੱਚ ਸ਼ਰਮਿੰਦਾ ਹੁੰਦਾ। ਇੱਥੇ ਤਾਂ ਕੌਣ ਸ਼ਰਮਿੰਦਾ ਭਾਈ ਓਏ? ਇੱਥੇ ਕੌਣ? ਪ੍ਰਲੋਕ ਵਿੱਚ। ਆਪ ਨ ਵੰਜੇ ਸੋਹਰੇ ਸਿੱਖ ਲੋਕ ਸੁਣਾਏ। ਓਏ ਆਪ ਤਾਂ ਸਹੁਰੇ ਘਰ ਜਾਂਦੀ ਨਹੀਂ, ਲੋਕਾਂ ਨੂੰ ਸਿੱਖਿਆ ਦਿੰਦੀ ਹੈ ਕਿ ਸਹੁਰੇ ਘਰ ਵਿੱਚ ਰਹਿਣਾ ਚਾਹੀਦਾ ਹੈ, ਸੱਸ ਸਹੁਰੇ ਦੀ ਆਗਿਆ ਵਿੱਚ ਚੱਲਣਾ ਸ੍ਰੇਸ਼ਟ ਹੈ। ਆਪ ਸਹੁਰੇ ਵੱਸੀ ਨਹੀਂ। ਸੋ ਕੰਤ ਨ ਪੁੱਛੇ ਵਾਤੜੀ ਸੁਹਾਗ ਗਨਾਏ। ਸੋ ਕੰਤ ਪਤੀ ਤਾਂ ਗੱਲ ਨਹੀਂ ਕਰਦਾ ਤੇ ਆਪਣੇ ਆਪ ਨੂੰ ਸੁਹਾਗਣ ਆਖਦੀ ਹੈ। ਪਤੀ ਗੱਲ ਨਹੀਂ ਕਰਦਾ। ਚੂਹਾ ਖੱਡ ਨਾ ਮਾਵਈ ਲੱਕ ਛੱਜ ਵਲਾਏ। ਸੋ ਚੂਹਾ ਖੱਡ ਵਿੱਚ ਤਾਂ ਵੜ ਨਹੀਂ ਸਕਦਾ ਤੇ ਲੱਕ ਨਾਲ ਛੱਜ ਬੰਨਿਆ ਹੋਏ, ਛੱਜ ਬਣਿਆ। ਸੋ ਮੰਤਰ ਨਾ ਹੋਏ ਅਠੂਣਿਆ ਹੱਥ ਸੱਪੀ ਪਾਏ, ਹੱਥ ਸੱਪੀ ਪਾਏ। ਤੋ ਠੂਣਿਆਂ ਦਾ ਮੰਤਰ ਆਉਂਦਾ ਨਹੀਂ ਤੇ ਹੱਥ ਸੱਪਾਂ ਨੂੰ ਪਾਉਂਦਾ, ਹੱਥ ਸੱਪਾਂ ਨੂੰ ਪਾ ਰਹੇ। ਤੋ ਸਰ ਸਣੇ ਆਕਾਸ਼ ਨੂੰ ਫਿਰ ਮੱਥੇ ਆਵੇ। ਉਹ ਭਾਈ ਤੀਰ ਆਕਾਸ਼ ਵੱਲ ਨੂੰ ਮਾਰਦਾ, ਉਹ ਆਪਣੇ ਹੀ ਸਿਰ ਵਿੱਚ ਆ ਵੱਜਦੇ। ਦਾਈ ਸਿਰਾਈ ਜਰਦਰ ਬੇਮੁਖ ਪਛਤਾਵੇ। ਗੁਰੂ ਬਾਬੇ ਨਾਨਕ ਤੋਂ ਬੇਮੁਖ ਅੰਮ੍ਰਿਤ ਹੀ ਨਹੀਂ ਛਕਿਆ, ਲੋਕ ਪਰਲੋਕ ਵਿੱਚ ਸ਼ਰਮਿੰਦਾ, ਨਰਕਾਂ ਵਿੱਚ ਜਾ ਕੇ ਪਛਤਾਏਗਾ। ਬਹੁਤ ਪਛਤਾਏਗਾ ਨਹੀਂ, ਬਹੁਤ ਪਛਤਾਏਗਾ। ਦੇਖ ਲਓ ਹੁਣ ਅੱਗੇ ਇਹ ਅਗਲਾ ਸਾਰਾ ਹਾਲ ਲਿਖਿਆ। ਉਹ ਮਨਮੁਖ ਜਮਾ ਦੀਆਂ ਚੋਟਾਂ ਸਹਿੰਦਾ, ਮਨਮੁਖ ਜਮਾ ਦੀਆਂ ਚੋਟਾਂ ਸਹਿੰਦਾ। ਕਹਿੰਦਾ ਰਤਨ ਮਨੀ ਗਲ ਬਾਂਦਰੇ ਕਿਉਂ ਕੀਮ ਨਾ ਜਾਣੇ। ਬਾਂਦਰ ਦੇ ਗਲ ਵਿੱਚ ਰਤਨ ਤੇ ਮਨੀਆਂ ਪਾ ਦਈਏ, ਉਹ ਕਿਵੇਂ ਇਹਨਾਂ ਦੀ ਕੀਮਤ ਜਾਣਦਾ? ਨਹੀਂ ਜਾਣ ਸਕਦਾ ਨਾ, ਨਹੀਂ ਜਾਣ ਸਕਦਾ। ਕੜਛੀ ਸਾਓ ਨਾ ਸੰਭਲੇ ਭੋਜਨ ਰਸ ਖਾਣੇ। ਕੜਛੀ ਖਾਣ ਵਾਲੇ ਭੋਜਨ ਦਾ ਸਵਾਦ ਨਹੀਂ ਜਾਣਦੀ, ਭਾਵੇਂ ਸਾਰਿਆਂ ਵਿੱਚ ਘੁੰਮਦੀ ਹੈ। ਡੱਡੂ ਚਿੱਕੜ ਵਾਸ ਹੈ ਕਬਲੇ ਨਾ ਸਿਆਣੇ। ਡੱਡੂ ਦਾ ਚਿੱਕੜ ਵਿੱਚ ਹੀ ਵਾਸ ਹੁੰਦਾ ਹੈ, ਤੋ ਕਬਲ ਫੁੱਲ ਨੂੰ ਪਛਾਣ ਹੀ ਨਹੀਂ ਸਕਦਾ, ਪਛਾਣਦਾ ਹੀ ਨਹੀਂ। ਨਾਭ ਕਥੂਰੀ ਮਿਰਗਦਾ ਫਿਰਦਾ ਹੈਰਾਨੇ। ਉਹ ਕਸਤੂਰੀ ਹਿਰਨ ਦੀ ਧੁਨੀ ਵਿੱਚ ਹੁੰਦੀ ਹੈ, ਤੋ ਹੈਰਾਨ ਹੋ ਕੇ ਘੁੰਮਦਾ ਫਿਰਦਾ। ਖੁਸ਼ਬੂ ਕਿੱਥੋਂ ਆ ਰਹੀ ਹੈ, ਖੁਸ਼ਬੂ ਕਿੱਥੋਂ ਆ ਰਹੀ ਹੈ, ਘੁੰਮਦਾ। ਗੁੱਜਰ ਗੋਰਸ ਵੇਚ ਕੇ ਖਲਸੂੜੀ ਆਣੇ। ਉਹ ਭਾਈ ਗੁੱਜਰ ਦੁੱਧ ਵੇਚ ਕੇ ਛਾਣ ਬੂਰਾ ਘਰ ਲੈ ਆਉਂਦਾ। ਸੋ ਬੇਮੁਖ ਮੂਲੋਂ ਕੁੱਥੇ ਆ ਦੁੱਖ ਸਹੇ ਜਮਾਣੇ। ਤੇ ਜਿਸ ਨੇ ਅੰਮ੍ਰਿਤ ਨਹੀਂ ਛਕਿਆ, ਮੁੱਢ ਤੋਂ ਸ਼ੁਰੂ ਤੋਂ ਭੁੱਲਿਆ ਹੋਇਆ, ਨਰਕਾਂ ਵਿੱਚ ਜਮਾ ਕੋਲ ਦੁੱਖ ਸਹਾਰਦਾ, ਮਾਰ ਖਾਂਦਾ।
ਦੇਖਿਆ ਜੇ ਇਹ ਗਲਤ ਲਿਖਿਆ ਕਿ ਠੀਕ ਲਿਖਿਆ? ਬੇਮੁਖ ਸਦਾ ਦੁਖੀ ਰਹਿੰਦਾ। ਸਾਵਣ ਵਨ ਹਰਿਆਵਲੇ ਸੁੱਕੇ ਜਾਵਾਹਾ। ਸਾਵਣ ਦੇ ਮਹੀਨੇ ਸਾਰੀ ਧਰਤੀ ਹਰਿਆਵਲੀ ਹੋ ਜਾਂਦੀ ਹੈ, ਪਰ ਜਵਾਂ ਸੁੱਕੇ ਹੀ ਰਹਿੰਦੇ। ਸਭ ਕੋ ਸਰਸਾ ਵਰਸਦੇ ਤੁਰੇ ਜੋ ਲਾਹਾ। ਉਹ ਕਹਿੰਦਾ ਮੀਂਹ ਵਸਣ ਤੇ ਸਾਰੇ ਖੁਸ਼ ਹੁੰਦੇ ਆ, ਸਭ ਖੁਸ਼ ਹੁੰਦੇ, ਪਰ ਜੁਲਾਹਾ ਝੁਰਦਾ ਹੀ ਰਹਿੰਦਾ। ਸਭਨਾ ਰਾਤ ਮਿਲਾਵੜਾ ਚੱਕਰੀ ਦੋ ਰਾਹ। ਤੋ ਰਾਤ ਨੂੰ ਸਾਰੇ ਜੀਵਾਂ ਦੇ ਘਰੋਂ ਘਰੀ ਮਿਲਾਪ ਹੁੰਦਾ, ਪਰ ਚੱਕਵੀ ਨੂੰ ਵਿਛੋੜਾ ਪੈ ਜਾਂਦਾ। ਉਹ ਸੰਖ ਸਮੁੰਦਰੋਂ ਸਖ ਨਾ ਰੋਏ ਦੇ ਧਾਹਾ। ਉਹ ਸੰਖ ਸਮੁੰਦਰ ਤੋਂ ਵਿਛੜ ਕੇ ਧਾਹਾਂ ਮਾਰ ਕੇ ਰੋਂਦਾ, ਧਾਹਾਂ ਮਾਰ ਕੇ। ਰਾਹੋਂ ਉੱਜੜ ਜੋ ਪਵੇ ਮੁੱਸੇ ਦੇ ਫਾਹਾ। ਤੋ ਸਹੀ ਰਸਤੇ ਨੂੰ ਛੱਡ ਕੇ ਜਿਹੜਾ ਕੁਰਾਏ ਪੈ ਜਾਂਦਾ ਹੈ, ਧਾੜਵੇ ਉਸਦੇ ਗਾਲੇ 'ਚ ਫਾਈ ਪਾ ਕੇ ਲੁੱਟ ਲੈਂਦੇ ਹਨ। ਜਿਉਂ ਤਿਉਂ ਜਗ ਅੰਦਰ ਬੇਮੁਖਾਂ ਨਿਤ ਉੱਭੇ ਸਾਹਾ। ਤੋ ਇਸੇ ਤਰ੍ਹਾਂ ਰੱਬ ਤੋਂ ਬੇਮੁਖ, ਗੁਰੂ ਤੋਂ ਬੇਮੁਖ ਜੋ ਅੰਮ੍ਰਿਤ ਨਹੀਂ ਛਕਦੇ, ਔਖੇ ਸਾਹ ਹੀ ਲੈਂਦੇ ਰਹਿੰਦੇ ਹਨ, ਭਾਵ ਹਮੇਸ਼ਾ ਦੁਖੀ ਰਹਿੰਦੇ ਹਨ। ਸਾਰੇ ਪ੍ਰਮਾਣ ਬੇਮੁਖਾਂ ਲਈ। ਤੇ ਅੰਮ੍ਰਿਤ ਛਕ ਲੈ ਭਾਈ, ਓਏ ਅੰਮ੍ਰਿਤ ਛਕ ਲੈ ਵਾਹਿਗੁਰੂ। ਓਏ ਗੁਰੂ ਨਾਨਕ ਦਾ ਪੁੱਤਰ ਬਣਦਾ। ਓਏ ਬੇਮੁਖ ਛੁੱਟੜ ਇਸਤਰੀ ਤਰ੍ਹਾਂ ਦੁਖੀ ਰਹਿੰਦਾ। ਛੁੱਟੜ ਇਸਤਰੀ ਕਹਿੰਦਾ ਗਿੱਦੜ ਦਾਖ ਨਾ ਅੱਪੜੇ ਆਖੇ ਥੂ ਕੌੜੀ। ਦੇਖ ਲਓ, ਗਿੱਦੜ ਦਾਖ ਅੰਗੂਰਾਂ ਤੱਕ ਆਪ ਤਾਂ ਪਹੁੰਚਦਾ ਨਹੀਂ, ਆਖੇ ਥੂ ਕੌੜੀ। ਇੱਥੋਂ ਹੀ ਐਗਜ਼ਾਮਪਲਾਂ ਲਈਆਂ। ਗਿੱਦੜ ਅੰਗੂਰਾਂ ਤੱਕ ਪਹੁੰਚ ਨਹੀਂ ਸਕਦਾ, ਆਖਦਾ ਥੂ ਕੌੜੀ। ਮਨਮੁਖ ਆਪ ਨਾਮ ਸਿਮਰਦਾ ਨਹੀਂ ਤੇ ਦੋਸ਼ ਰੱਬ ਤੇ। ਨੱਚਣ ਨੱਚ ਨਾ ਜਾਣੇ ਆਖੇ ਭੂ ਸੌੜੀ। ਉਹ ਨੱਚਣ ਵਾਲੀ ਨੱਚਣਾ ਤਾਂ ਜਾਣਦੀ ਨਹੀਂ, ਆਖਦੀ ਜਗ੍ਹਾ ਘੱਟ ਹੈ। ਬੋਲੇ ਅੱਗੇ ਗਾਵੀਏ, ਬੋਲੇ ਅੱਗੇ ਗਾਵੀਏ ਭੈਰੋਂ ਸੋ ਗੌੜੀ। ਸੋ ਭਾਈ ਭੈਰੋਂ ਜਾਂ ਗੌੜੀ ਰਾਗ ਗਾਓ, ਬੋਲੇ ਨੂੰ ਤਾਂ ਸਮਝ ਨਹੀਂ ਆਉਣੀ। ਹੰਸਾਂ ਨਾਲ ਟਟੀਰੀ ਕਿਉਂ ਪਹੁੰਚੇ ਦੌੜੀ। ਤੋ ਟਟੀਰੀ ਹੰਸਾਂ ਦਾ ਮੁਕਾਬਲਾ ਕਿਵੇਂ ਦੌੜ ਕੇ ਪਹੁੰਚ ਸਕਦੀ ਹੈ? ਨਹੀਂ ਕਰ ਸਕਦੀ ਮੁਕਾਬਲਾ। ਸਾਵਣ ਵਨ ਹਰਿਆਵਲੇ ਅਖ ਜੰਮੇ ਔੜੀ। ਸਾਵਣ ਮਹੀਨੇ ਵਿੱਚ ਸਾਰੀ ਧਰਤੀ ਹਰੀ ਭਰੀ ਹੋ ਜਾਂਦੀ ਹੈ, ਅੱਕ ਸਖਤ ਗਰਮੀ ਵਿੱਚ ਹੀ ਜੰਮਦਾ, ਔੜੀ ਵਿੱਚ ਜੰਮਦਾ, ਉਹਨੂੰ ਬਾਰਿਸ਼ ਚਾਹੀਦੀ ਨਹੀਂ। ਤੋ ਬੇਮੁਖ ਸੁੱਖ ਨਾ ਦੇਖਣੀ ਜੋ ਛੁੱਟੜ ਚੌੜੀ। ਇਸੇ ਤਰ੍ਹਾਂ ਰੱਬ ਤੋਂ ਬਾਬੇ ਨਾਨਕ ਤੋਂ ਬੇਮੁਖ ਬੇਅਮਰਤੀਏ ਕਦੀ ਅੰਦਰਲਾ ਆਤਮਿਕ ਸੁੱਖ ਨਹੀਂ ਦੇਖ ਸਕਦਾ। ਜਿਵੇਂ ਘਰੋਂ ਕੋਈ ਕੱਢੀ ਹੋਈ ਛੱਡੀ ਹੋਈ ਇਸਤਰੀ ਔਰਤ ਹੁੰਦੀ ਹੈ ਨਾ, ਉਹ ਪਤੀ ਦਾ ਆਨੰਦ ਨਹੀਂ ਮਾਣ ਸਕਦੀ। ਉਹਦੇ ਦੋਸਤ ਤਾਂ ਬਹੁਤ ਹੁੰਦੇ, ਬਹੁਤੇ ਦੋਸਤ ਹਨ, ਪਰ ਰੰਗ ਆਪਣਾ ਪਤੀ ਦਾ ਆਨੰਦ ਨਹੀਂ ਮਾਣ ਸਕਦੇ, ਉਹਨੂੰ ਇੱਜ਼ਤ ਨਹੀਂ ਮਿਲਦੀ। ਬੇਮੁਖ ਸੁੱਖ ਨਾ ਦੇਖਣੀ ਜੋ ਛੁੱਟੜ ਚੌੜੀ। ਪੌੜੀ ਸਤਵੀਂ। ਬੇਮੁਖ ਦੀ ਸੰਗਤ ਦਾ ਫਲ ਭਾਈ। ਬੇਮੁਖ ਦੀ ਸੰਗਤ ਕੀਤਿਆਂ ਦੁੱਖ ਹੀ ਮਿਲਦਾ। ਉਹ ਕਹਿੰਦਾ ਭੇਡੇ ਪੂਛਲ ਲੱਗਿਆ ਕਿਉਂ ਪਾਰ ਲੰਘੀਏ। ਉਹ ਭੇਡ ਦੀ ਪੂਛਲ ਫੜਨ ਨਾਲ ਕੋਈ ਦਰਿਆ ਪਾਰ ਨਹੀਂ ਲੰਘ ਸਕੇਗਾ, ਮਰੇਗਾ। ਭੂਤੇ ਕੇਰੀ ਦੋਸਤੀ ਨਿਤ ਸਹਿਸਾ ਜੀਏ। ਉਹ ਭੂਤਾਂ ਨਾਲ ਦੋਸਤੀ ਮੌਤ ਦਾ ਡਰ ਬਣਿਆ ਹੀ ਰਹਿੰਦਾ। ਭੂਤ ਹੈਗੇ ਆ, ਆਪਾਂ ਤਾਂ ਕਹਿੰਦੇ ਭੂਤ ਹੈ ਨਹੀਂ, ਅੱਜ ਦੇ ਯੁੱਗ 'ਚ ਕਹਿੰਦੇ ਭੂਤ ਹੈ ਨਹੀਂ ਪਈ। ਨਦੀ ਕਿਨਾਰੇ ਰੁੱਖੜਾ ਬੇਸਾਹ ਨਾ ਕੀਏ। ਉਹ ਜਿਹੜਾ ਦਰਿਆ ਦੇ ਕੰਢੇ ਤੇ ਰੁੱਖ ਹੁੰਦਾ, ਉਹਦਾ ਵਿਸ਼ਵਾਸ ਨਹੀਂ ਕਰਨਾ ਚਾਹੁੰਦਾ। ਉਹ ਅੱਜ ਵੀ ਹੈ ਨਹੀਂ, ਕੱਲ ਵੀ ਹੈ ਨਹੀਂ। ਉਹ ਮਿਰਤਕ ਨਾਲ ਵਿਆਹੀਏ ਸੁਹਾਗ ਨਾ ਥੀਏ। ਓਏ ਮਰੀ ਲੋਥ ਨਾਲ ਵਿਆਹ ਕਰ ਦਈਏ ਤੇ ਸੁਹਾਗਨ ਨਹੀਂ ਬਣ ਜਾਂਦੀ, ਸੁਹਾਗਨ ਨਹੀਂ ਬਣ ਜਾਂਦੀ। ਉਹ ਵਿਸ ਹਲਾਹਲ ਬੀਜ ਕੇ ਕਿਉਂ ਅੰਮੀਓ ਲਈਏ। ਤੇ ਕਰਮਾਂ ਵਿੱਚ ਜ਼ਹਿਰ ਬੀਜ ਕੇ ਅੱਗੇ ਅੰਮ੍ਰਿਤ ਨਹੀਂ ਮਿਲ ਜਾਂਦਾ। ਬੇਰੁਖ ਸੇਤੀ ਪਿਰੜੇ ਜਮ ਡੰਡ ਸਹੀਏ। ਦੇਖਿਆ ਬੇਮੁਖ ਸੇਤੀ। ਮਨਮੁਖ ਨਾਲ ਪਿਆਰ ਕਰਦਾ ਜਿਸ ਨੇ ਅੰਮ੍ਰਿਤ ਨਹੀਂ ਛਕਿਆ, ਉਹਦੇ ਨਾਲ ਦੋਸਤੀ ਰੱਖੋਗੇ, ਪਿਆਰ ਪਾਓਗੇ ਨਾ, ਤਾਂ ਨਰਕਾਂ ਵਿੱਚ ਜਮਾਂ ਦੀ ਸਜ਼ਾ ਸਹਾਰਨੀ ਪਏਗੀ। ਪੌੜੀ 8ਵੀਂ। ਬੇਮੁਖ ਆਪ ਦੋਸ਼ੀ ਹੈ। ਬੇਮੁਖ ਆਪ ਕੋਰੜ ਮੋਠ ਨਾ ਰਿੱਝੀ ਕਰ ਅਗਨੀ ਜੋਸ਼। ਕਹਿੰਦਾ ਜਿੰਨੀ ਮਰਜ਼ੀ ਅੱਗ ਬਾਲ ਲਓ, ਉਬਾਲੇ ਦੇ ਰਿਓ, ਪਰ ਜਿਹੜਾ ਮੋਠ ਦਾ ਕੋਰੜੂ ਹੈ ਨਾ, ਉਹ ਦਾਣਾ ਨਹੀਂ ਰਿੱਝਦਾ। ਨਹੀਂ। ਸਹਿਜ ਫਲੋਂ ਇੱਕ ਵਿਗੜ ਹੈ ਤਰਵਰ ਕੀ ਦੋਸ਼। ਤਰਵਰ ਕੀ ਦੋਸ਼। ਕਹਿੰਦਾ ਹਜ਼ਾਰਾਂ ਫਲਾਂ 'ਚ ਇੱਕ ਗਲ ਜਾਏ ਤਾਂ ਬਿਰਸ਼ ਦਾ ਕੀ ਦੋਸ਼ ਹੈ ਬਈ। ਟਿੱਬੇ ਨੀਰ ਨ ਠਾਇਰੇ ਕਣ ਵਰਸ ਗੋਇਸ। ਕੋਈ ਭਾਈ ਟਿੱਬੇ ਨੀਰ ਨਹੀਂ ਠਹਿਰਦਾ, ਨਹੀਂ। ਟਿੱਬੇ ਨੀਰ ਨ ਠਹਿਰੇ ਕਣ ਵਰਸ ਗਇਓਸ। ਸੋ ਟਿੱਬੇ ਤੇ ਪਾਣੀ ਨਹੀਂ ਠਹਿਰਦਾ,
ਭਾਵੇਂ ਕਿੰਨਾ ਮੀਂਹ ਵਰਸੇ। ਵਿਨ ਸੰਜਮ ਰੋਗੀ ਮਰੇ, ਚਿਤ ਵੈਦ ਨ ਰੋਸ। ਸੋ ਪਰਹੇਜ਼ ਰੱਖਣ ਤੋਂ ਬਗੈਰ ਰੋਗੀ ਮਰ ਜਾਂਦਾ ਹੈ, तो वैद ते गुस्सा नहीं करना चाहिए। फिर अवरावर ना व्यापई मस्तक लिखोस। तो भाई बांझ स्त्री प्रसूत नहीं हुंदी, प्रैगनेंट नहीं हुंदी, तो उसके मत्थे दे लेख ही ऐसे लिखे हुंदे हैं, पति ते कोई दोष नहीं हैगा। बेमुख पढ़े ना इलम ज्यों औगण सब ऊस। सो इसे तरह बेअमृती है, औगन दा भरिया होया, बाणी दी विचार नहीं करदा, आप दोषी है। ते दोष किनू देना भाई, किनू दोष देना? दोष तो किसी दे नहीं। अन्ने चंद न दिसे है जग जोत सुधाई। अन्ने नू चंद्रमा नहीं दिसदा, सारे जग नू प्रकाश करदा, सारे जग नू। बोला राग न समझे को घट न जाई। सो बोले नू राग दी समझ नहीं आउंदी, राग दा कुछ घट नहीं जांदा। वास न आवे गुण गणे परमल महकाई। तो फीने नक वाले नू खुशबू नहीं आउंदी, पर चंदन महक रहा। वास न आवे गुण गुणे फीने नक वाला। गूंगे जीभ न उगड़े सब शब्द सुहाई। सो गूंगे दी जीभ नहीं खुलदी, भावें सतगुरां दा शब्द सारियां नू सुभाईमान कर दिंदा। सतगुरु सागर सेव कै नित सबना पाई। अरे बाबे नानक समुंदर नू सिमर के सारियां ने खजाने पा लै। बेमुख हथ कटूटिया, कटूटिया तिस दोष कमाई। सारियां ने खजाने गुर सागर रत्नी भरपूरे, पर बेअमृती दे हथ विच घोगे ही आए। नरकां विच पता लगू तेरी विकारां दी कमाई दे दसणगे भाई। देखिया जी, वो देखिया वाहिगुरू, देख ली गल। सब कुछ होंदियां भी बेमुख नूं गल समझ नहीं आउंदी ना जी ना। पौड़ी 10वीं कहना रतन उपन्ने सायरों भी पानी खारा। समुंदर विचों रतन निकलते हैं, हाँ फिर भी पानी खारा है। देखो सुजन सुजो सुजन तिन लो ओ लंग विच कारा। कहना तिन्ना लोकां विच चंद्रमा चढ़न ते दिसदा है। सुजो सुजन तै लो ओ लंग विच कारा। ते पर उस नूं कालख दा कलंक लगा ही होया, अजे भी लगा होया। धरती उपजे अन्न धन विच कलर भारा। तो धरती विच बेअंत धन पैदा हुंदा है, पर उसदी कठराली धरती विच, धरती भी बहुत हुंदी, उस विच कठराली धरती भी बहुत हुंदी, पैदा ही कुछ नहीं करदी, पैदा ही कुछ नहीं, वो भी धरती आ। इस सर तुझसे होर ना कर खप्पर छारा। तो शिव जी होरना दे खुश ते वर दिंदा है, पर उसदे अपने खप्पर विच सुवाह ही हुंदी है, अपने खप्पर विच सुवाह ही हुंदी है। छारा जो हनुमंत कछोटड़ा क्या करे बेचारा। तो हनुमान ने राम दी बहुत सेवा की सी, पर मिली तो एक कच्छ कछोट लंगोटा ही मिलिया सी, बेचारा की कर सकदा कल्ला। तो बेमुख मस्तक लिखिया कौन मेटन हार। तो जिसने अमृत नहीं छकिया उसकी किस्म विच कालक सुआह ही लिखी है भाई। की कर सकते कोई, की कर सकता, कौन की कर सकता। पौड़ी 11वीं मनमुख हमेशा झूठ ही बोलता है। कहता गाई घर गुसाइया मधान कढ़ाए। तो गाइयां दे तां गुजरां दे घर हन, ते मूर्खां ने मधानियां कढ़ा लईयां। दुध रिड़कांगे, दुध रिड़कांगे, हाँ। घोड़े सुन सुदागरां चाबक मुल आए। तो बेमुखा ने सुदागरां कोलों घोड़ियां दा नां सुन के चाबक मुल ले आंदे, सवारी करांगे, हाँ। देख पराए भाजवाड़ घर गाहू कताए। सो बे पराए खलवाड़े देख के मनमुखा ने अपने घर गाह पा लिया। अपने घर देख पराए भाजवाड़ घर गाहू पाए, गाह कढ़ाए। सोना हट सराफ दे सुनियार सुधाए। तो सराफ दे हथ में सोना देख के बेमुखा ने अपने घर सुनियारे सद ले। अंदर ढोई ना लहे बाहर बफाए। अंदर ढोई ना लहे बाहर बफाए। सो मूर्ख दे घर चप्पा जिन्नी थां नहीं हुंदी, ते बाहर लोकां विच वड्डियां वड्डियां गप्पां मारदा। तो बेमुख बदल चाल है
ਕੂੜੋ ਆਲਾਏ। ਤੋ ਬੇਮੁਖ ਗੁਰੂ ਨਾਨਕ ਤੋਂ ਬੇਮੁਖ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਬੱਦਲ ਦੀ ਤਰ੍ਹਾਂ, ਬੱਦਲ ਦੀ ਛਾਂ ਵਰਗਾ ਝੂਠ ਹੀ ਬੋਲਦਾ। ਬੇਮੁਖ ਦੇ ਸਾਰੇ ਕੰਮ ਝੂਠੇ ਤੇ ਛਲਾਵੇ ਵਾਲੇ ਹੁੰਦੇ, ਸਾਰੇ ਕੰਮ ਝੂਠੇ ਤੇ ਛਲਾਵੇ ਵਾਲੇ ਹੁੰਦੇ। पौड़ी 12वीं। बेमुख निकम्मा आदमी मक्खन लया बरोल कै छा छुट्टड़ हुई। जो दही नूं रिड़ के मक्खन कढ़ लईए तो पिछे लस्सी छुट्टड़ हो जाती है। पीड़ लई रस गन्नेओं छिल छूए न कोई। वो गन्ने चो रस पीड़ लईए तो छिलके नूं कोई हथ नहीं लाउंदा। रंग मजीठों निकले अड लहे न कोई। वो मजीठ विचों रंग निकल जाए तो कोई अद्धी कौडी भी नहीं दिंदा। वास लई फुलवाड़ियों फिर मिले न ढूई। वो भाई जदों फुल्लां विचों वासना कढ़ लईदी है तद फुल्लां दे रहिंदे फोग नूं किते भी ढोई नहीं मिलदी। काया हंस विछुन्निया तिस को ना सथोई। जदों जीवात्मा शरीर विचों निकल जाती है तदों उसका कोई साथी नहीं बनता। बेमुख सुके रुख ज्यों वेखे सब लोई। बाबे नानक तो बेमुख जिन्हें अमृत नहीं छकिया, जिवें सुक्का रुख हुंदा ना सारी दुनिया देखदी है, सिर्फ अग विच झोकिया जाता है, मनुख विचों कोई शुभ गुण नहीं हुंदा। भाई देखिया जे अजे भी समझ आ यार अमृत छक लिया ना, बाबा तैनूं की कह रहा। भाई गुरदास भी गुस्से हो रहे, छक लिया अमृत। पौड़ी 13वीं। बेमुख मार खा के ठीक हुंदा भाई। वो जेकर खूहों निकले गल बद्धे पानी। वो खूह विचों पानी तो निकलदा है पर जदों घड़े दा जां बाल्टी दा गल रस्से नाल बन्निया जाए तां पानी निकलदा है। रस्से नाल बन्नो इनू। जो मन काले सप सिर हसदे न जानी। सो भाई काले जिवें काले फनीअर नाग दे सिर विच मणी हुंदी है, खुश हो के नहीं दिंदा, उन्हूं मार के ही कड्ढी जांदी। मार के कड्ढी जान कथूरी मिर्ग तन मर मुक्के आणी। सो मिर्ग की धुनी में कस्तूरी हुंदी है, जदों जदों मार मुकदी है तां ही लियाई जाती है। मर मुकदा जदों तदों। वो तेल तिलों क्यों निकले बिन पीड़े कहानी। वो तिलां विचों कोलू विच कहानी पीड़न तो बगैर तिलां विचों तेल नहीं निकलदा। जो मूँह भन्ने गरी दे नलिएर निशानी। जिवें नारियल दा मूँह भन्नीए तां गिरी मिलती है। बेमुख लोहा बाधीए साधीए वगदी वैदानी। तो बाबे नानक तो बेमुख बेअमरतीए लोहे समाना। उसदे सिर ते थोड़े दी सट वजदियां रहन तां सिद्धा हुंदा है। थोड़े दी सट वजदी रहे तां सिद्धा हुंदा है। बेमुख सब कुछ पुट्ठा है। बेमुख दा सब कुछ ही पुट्ठा है, सब कुछ पुट्ठा है। कहता मोहरा मिठा आखिए रुठी नूं तुठी। मनमुख दियां सारियां चालां उल्टियां मोहरे नूं मिठा आखदा है। अमृत छकदा नहीं उसनूं मोहरा आखदा है। शराब समैक डोडे अफीम भूकी किरली खा जांदा है, लगदे उन्हूं मिठियां लगदियां। सो माता निकलदी है करोपी हुंदी है, कहंदा माता प्रसन्न हो रही है। रुठी नूं तुठी खुश हो रही, कहंदा माता खुश होंदी है। बुझिया वड्डा बखाणी है सवारी कुठी। सो दीवा बुझ गया नूं वड्डा होया आखदे। तो कोई होई बकरी नूं सवारी होई आखदे, ये सवारी गई। तो जलिया ठंडा गई नूं आई तेरू उठी। कहंदा जे सड़ गए मुर्दे नूं ठंडा होया आखदे। सो गई दुखदी अख नूं आई आखदे, अख आई हुई है। विधवा किसी दे घर जाए तो उसनूं उठी आखदे, भाव औरत उठ गई। सो ए मुख भोला आखिए सब गल अपुठी। तो मूर्ख नूं भोला सीधा साधा आखदे हन। ये सारियां गल्लां पुठियां ही हन। तो उजड़ टुट्टी बेमुखां ते आखण बुठी। तो बेमुखां दी झुग्गी उजड़दी है तो उसनूं वसदी हुई आखदे हन। मोर दे खंभ नूं अख कहंदा सोहणी हुंदी है पर किसे दे काम नहीं आउंदी। मोर दी अख बड़ी सोहनी हुंदी पर किसे दे काम नहीं हुंदी। तो चोरे संधी मां ज्यों लुक रोवे मुट्ठी। जिवें चोर दी मां वांग लुक ही ठगी होई हुंदी रोंदी है। अज भी फड़िया कल भी फड़िया रोंदी रहिंदी है। बनमुख नूं वसिया ना समझो जड़िया ही है।
ਉਹ ਭਾਈ ਉਜੜਿਆ ਹੀ ਹੈ। ਮਨਮੁਖ ਨੂੰ ਵਸਿਆ ਨਾ ਸਮਝੋ, ਉਹ ਉਜੜਿਆ ਹੀ ਹੈ ਭਾਈ। ਮਨਮੁਖ ਦੀ ਸੰਗਤ ਨਹੀਂ ਕਰਨੀ ਚਾਹੀਦੀ। ਪੌੜੀ 15ਵੀਂ, ਮਨਮੁਖ ਦੀ ਸੰਗਤ ਨਹੀਂ ਕਰਨੀ ਚਾਹੀਦੀ। ਸੋ ਵੜੀਏ ਕੱਜਲ ਕੋਠੜੀ, ਮੂੰਹ ਕਾਲਖ ਭਰੀਏ। ਤੋ ਜੇ ਕੱਜਲ ਦੀ ਕੋਠੀ ਵਿੱਚ ਵੜ ਜਾਈਏ ਤਾਂ ਮੂੰਹ ਕਾਲਖ ਨਾਲ ਭਰ ਜਾਂਦਾ ਹੈ। ਉਦਾਹਰਨਾਂ ਹੀ ਆ ਸਾਰੀਆਂ, ਔਰ ਬਹੁਤ ਵਧੀਆ। ਕਲਰ ਖੇਤੀ ਬੀਜੀਏ, ਕਿਉਂ ਕਾਜ ਨਾ ਸਰੀਏ। तो कलर ਵਿੱਚ खेती बीज दईए तो कोई काम नहीं सवरदा, कोई काम नहीं सवरदा, फायदा ही कोई नहीं होना। टुट्टी पींगे पींगिए पै टोए मरीए। तो टुट्टी हुई पींग झूठिए तो टोए ਵਿੱਚ पै के मरीद है। सो कन्ना फड़ मंतारुआ क्यों दुत्तर तरीए। सो भाई मंतारुआ ਦਾ ਮੋਢਾ ਫੜ ਕੇ ਔਖਾ ਸੰਸਾਰ ਸਮੁੰਦਰ ਕਿਵੇਂ ਤਰਿਆ ਜਾ ਸਕਦਾ ਹੈ। ਅੰਤਾਰੂਆਂ ਦਾ ਜਿਹਨੂੰ ਤਰਨਾ ਹੀ ਨਹੀਂ ਆਉਂਦਾ, ਉਹ ਦੇਹਧਾਰੀ ਗੁਰੂਆਂ ਦਾ ਮੋਢਾ ਫੜ ਕੇ ਕਿਵੇਂ ਤਰ ਜਾਓਗੇ। ਇਹ ਅੰਤਾਰੂ ਆ ਤਾਂ ਤਰਨਾ ਹੀ ਨਹੀਂ ਆਉਂਦਾ ਉਹਨਾਂ ਨੂੰ, ਸਾਨੂੰ ਸਮਝ ਨਹੀਂ ਨਾ। ਤੁਸੀਂ ਤਰਦੇ ਦੇਖਿਆ ਤਾਂ ਦੱਸੋ, ਜਾਂ ਤੁਹਾਨੂੰ ਤਾਰ ਦੇਣ ਦੱਸੋ। ਤੁਸੀਂ ਕਦੀ ਉਹਨਾਂ ਨੂੰ ਕਿਹਾ ਬਾਬਾ ਜੀ ਧਰਮਰਾਜ ਜੀ ਦਿਖਾ ਦਿਓ, ਪਤਾ ਤਾਂ ਲੱਗੇ ਮੈਂ ਜੀਵਨ ਮੁਕਤ ਹਾਂ। ਆਜਾ ਮੈਂ ਦਿਖਾ ਦਿੰਦਾ, ਆਜਾ। ਅੱਗ ਲਾਏ ਮੰਦਰ ਸਵੇ ਤਿਸ ਨਾਲ ਨਾ ਫਰੀਏ। ਪਰ ਜਿਹੜੇ ਬੰਦੇ ਆਪਣੇ ਘਰ ਨੂੰ ਅੱਗ ਲਾ ਕੇ ਸੌਂਦਾ ਹੈ, ਜਿਹੜਾ ਬੰਦਾ, ਉਸਦੀ ਸਹਾਇਤਾ ਨਹੀਂ ਕਰਨੀ ਚਾਹੀਦੀ। ਤਿਸ ਨਾਲ ਨਾ ਫਰੀਏ। ਉਹ ਭਾਈ ਉਹਦੀ ਮਦਦ, ਉਹਦੀ ਸਹਾਇਤਾ ਨਾ ਕਰੋ, ਉਹਦੇ ਨਾਲ ਸੰਗ ਨਾ ਕਰੋ। ਆਪ ਵੀ ਮਰੇਗਾ, ਸੜੇਗਾ। ਕਿਉਂ ਠੱਗ ਸੰਗਤ ਬੇਮੁਖਾਂ ਜੀ ਜੋਖੋਂ ਡਰੀਏ। ਉਹ ਭਾਈ ਜਿਵੇਂ ਠੱਗਾਂ ਦੀ ਸੰਗਤ ਹੈ, ਤਿਵੇਂ ਬਾਬੇ ਨਾਨਕ ਤੋਂ ਬੇਮੁਖ ਦੀ ਸੰਗਤ ਹੈ। ਉਹ ਦੁਸ਼ਟਾਂ ਦੀ ਸੰਗਤ ਕਰਨ ਤੋਂ ਦਿਲੋਂ ਮਨੋਂ ਡਰਦੇ ਰਹਿਣਾ ਚਾਹੀਦਾ ਹੈ, ਡਰਦੇ ਰਹਿਣਾ ਚਾਹੀਦਾ ਹੈ। ਪੌੜੀ 16ਵੀਂ, ਬੇਮੁਖ ਘੋਰ ਪਾਪੀ ਹੈ। ਆ ਸੁਣੋ ਧਿਆਨ ਨਾਲ। ਬਾਹਮਣ ਗਾਈ ਵੰਸ਼ ਘਾਤ ਅਪਰਾਧ ਕਰਾਏ। ਧਿਆਨ ਨਾਲ ਸੁਣੋ। ਬਾਹਮਣ ਦੀ ਹੱਤਿਆ ਕਰ ਦਿੱਤੀ ਆ, ਗਾਂ ਦੀ ਹੱਤਿਆ ਕਰ ਦਿੱਤੀ ਆ, ਸਾਰੇ ਪਰਿਵਾਰ ਦੀ ਹੱਤਿਆ ਕਰ ਦਿੱਤੀ ਆ। ਤੋ ਕਰਨੀ ਬੜੇ ਸਖਤ ਪਾਪ ਹਨ ਭਾਈ। ਉਹਦੀ ਕਰਨੀ ਵਿੱਚ ਬਹੁਤ ਸਖਤ ਪਾਪ ਕੀਤੇ ਨੇ। ਤੁਸੀਂ ਆਪ ਦੇਖੋ ਕਿ ਗਾਂ ਬਾਹਮਣ ਦੀ ਹੱਤਿਆ, ਬਾਹਮਣ ਨੂੰ ਚੰਗਾ ਸਮਝਦੇ ਸੀ ਨਾ। ਬਾਹਮਣ ਤੋਂ ਭਾਵ ਗੁਰੂ ਦੀ ਹੱਤਿਆ, ਗਾਂ ਦੀ ਹੱਤਿਆ, ਪਰਿਵਾਰ ਦੀ ਹੱਤਿਆ, ਸਾਰਾ ਟੱਬਰ ਹੀ ਮਾਰਤਾ। ਮਾਂ ਪਿਓ ਭੈਣ ਭਰਾ ਸਭ ਮਾਰਤੇ, ਭਰਜਾਈਆਂ ਮਾਰਤੀਆਂ। ਠੀਕ ਆ। ਸੋ ਹੱਤਿਆ ਕਰਨੀ ਬੜੇ ਸਖਤ ਪਾਪ ਹਨ। ਠੀਕ ਹੈ ਜੀ, ਹੱਤਿਆ ਕਰਨੀ ਬੜੇ ਸਖਤ ਪਾਪ ਹਨ। ਠੀਕ ਹੈ। ਮਦ ਪੀ ਜੂਏ ਖੇਲਦੇ ਜੋ ਹਨ ਪਰਨਾਰੇ। ਸ਼ਰਾਬ ਪੀਣੀ, ਜੂਆ ਖੇਡਣਾ, ਪਰਾਈਆਂ ਇਸਤਰੀਆਂ ਨੂੰ ਬੁਰੀ ਨਜ਼ਰ ਨਾਲ ਦੇਖਣਾ, ਭੋਗਣਾ ਪਾਪ ਹੈ। ਹਾਂਜੀ ਪਾਪ ਹੈ। ਠੀਕ ਹੈ ਜੀ, ਠੀਕ ਹੈ ਜੀ। ਮੋਹਨ ਪਰਾਈ ਲక్ష్ਮੀ ਠੱਗ ਚੋਰ ਚਗਾਰੇ। ਤੋ ਧਾੜਵੀ ਚੋਰ ਠੱਗ ਹੋਰਨਾਂ ਦੀ ਮਾਇਆ ਠੱਗ ਲੈਂਦੇ ਹਨ, ਚੋਰੀ ਕਰ ਲੈਂਦੇ ਹਨ, ਲੁੱਟ ਲੈਂਦੇ ਹਨ। ਪਾਪ ਹੈ, ਪਾਪ ਹੈ, ਪਾਪ ਹੈ। ਵਿਸ਼ਵਾਸ ਧਰੋਈ ਅਕਿਰਤ ਕਨ ਪਾਪੀ ਹਤਿਆਰੇ। ਤੋ ਵਿਸ਼ਵਾਸ ਘਾਤੀ ਆ, ਧਰੋਈ ਧੋਖਾ ਦੇਣ ਵਾਲੇ ਆ, ਅਕਿਰਤ ਕਨ ਕੀਤੇ ਪਰਪਕਾਰ ਨੂੰ ਨਾ ਜਾਣਨ ਵਾਲੇ, ਇਹ ਮਹਾ ਪਾਪੀ ਤੇ ਹਤਿਆਰੇ ਕਾਤਲ ਹਨ। ਠੀਕ ਹੈ ਜੀ, ਠੀਕ ਹੈ। ਲੱਖ ਕਰੋੜੀ ਜੋੜੀਆਂ ਅਣਗੰਤ ਅਪਾਰੇ। ਸੋ ਇਹੋ ਜਿਹੇ ਪਾਪੀ ਹਤਿਆਰੇ, ਠੱਗ, ਚੋਰ, ਧਾੜਵੀ, ਵਿਸ਼ਵਾਸਘਾਤੀ, ਧਰੋਈ, ਅਕਿਰਤ ਕਨ ਲੱਖਾਂ ਕਰੋੜੇ ਜੋੜ ਲਈਏ, ਮੀਨ ਇਕੱਠੇ ਕਰ ਲਈਏ। ਕਰੋੜਾਂ ਅਣਗਿਣਤ ਹਨ, ਬੇਅੰਤ ਹਨ, ਇਕੱਠੇ ਕਰ ਲਓ। ਜੋੜੀਆਂ ਅਣਗਿਣਤ, ਅਣਗਿਣਤ। ਇੱਕ ਲੋਏ ਨਾ ਪੁੱਜਣੀ ਬੇਮੁਖ ਗੁਰਦੁਆਰੇ। ਇਹ ਲੱਖਾਂ ਕਰੋੜੇ ਸਾਰੇ ਪਾਪੀ। ਦੇਖੋ ਦੁਬਾਰਾ ਕਹਿਣਾ, ਗਾਂ ਘਾਤੀ, ਪਰਿਵਾਰ ਘਾਤੀ, ਬਾਹਮਣ ਘਾਤੀ, ਗੁਰੂ ਘਾਤੀ, ਮਤਲਬ ਇਹ ਸਾਰੇ ਇਕੱਠੇ ਕਰੋ, ਕਿੰਨੇ ਹੋਣਗੇ। ਸ਼ਰਾਬ ਪੀਂਦੇ ਆ, ਜੂਆ ਖੇਡਦੇ ਆ, ਇਕੱਠੇ ਕਰ ਲਓ। ਠੀਕ ਹੈ। ਧਾੜਵੀ, ਚੋਰ, ਠੱਗ, ਹੋਰਨਾਂ ਦੀ ਮਾਇਆ ਠੱਗ ਲੈਂਦੇ, ਇਕੱਠੇ ਕਰ ਲਓ। ਚੋਰੀ ਕਰਦੇ ਆ, ਲੁੱਟ ਲੈਂਦੇ ਆ, ਇਕੱਠੇ ਕਰੋ। ਵਿਸ਼ਵਾਸਘਾਤੀ ਆ, ਧਰੋਈ ਠੱਗੀ ਆ, ਧੋਖਾ ਦੇਣ ਵਾਲੇ ਆ, ਅਕਿਰਤ ਕਾਨਾ, ਇਕੱਠੇ ਕਰੋ। ਲੱਖ ਕਰੋੜੀ ਜੋੜੀਆਂ ਨਾਲ ਗਿਣਤ ਪਾਰੇ, ਬਹੁਤ ਹੋ ਜਾਣਗੇ। ਹਾਂ,
ਇਕਤ ਲੋਏ ਨਾ ਪੁੱਜਣੀ ਬੇਮੁਖ ਗੁਰਦੁਆਰੇ। ਇੱਕ ਇਹ ਹੁੰਦਾ ਰੋਮ, ਜਿਹਨੂੰ ਕਹਿੰਦੇ ਆਪਾਂ